ਸਾਹਿਬ ਜੀ। हे प्राणनाथ गोविंद कृपा निधान जगत गुरु। हे संसार तापहरण करुणा मैं सब दुख हरो। हे शरण जोग दयाल दीनानाथ मया करो। शरीर स्वस्थ क्षीण समय सिमरंत नानक राम दामोदर माधव। निमाणे को प्रबदितो मान मूढ़ मुग्ध होए चतुर सो ज्ञान। निमाणिया नु मान बेसमझा नु समझ सूझ बूझ। डार्कनेस मन दे हनेरे ਨੂੰ ਦੂਰ ਕਰ। ਮਨ ਦਾ ਸਕੂਨ ਦੇਣ ਵਾਲੇ डिप्रेशन रहत करने वाले दीन दुनिया दे मालक शब्द अवतार शब्द गुरु साहिब श्री गुरु ग्रंथ साहिब महाराज तिन्हां दे पावन आओ हजूरी अंदर जिथे गुरु ने साडे ते सब ते तरस कीता है। सानू सब नूं तन करके आउण दा अवसर प्राप्त होया है। गुरु जन गुरु प्यारिओ आओ जो लड़ीवार आपां शब्द दी विचार करनी है। गुरु के कीर्तनीए भाई साहब भाई स्वरण सिंह जी मिठा टवाणा अपने साथियां साहित सानू उसे शब्द नूं बड़े प्यार रस विच गा के सुना रहे सन। आओ जिथे गाविया गया है उत्थे विचारिया भी जावे। विचारन तो पहला सारे रसना नूं सफला कर लईए। कोई रसना वांझी ना रह जावे। सतनाम श्री वाहेगुरु। सतनाम श्री वाहेगुरु साहेब जी। गौड़ी महला पंजवा। भले दिन सा भले संजोग जित भेटे पार ब्रह्म निर्जोग। ओह बेला कहो हाँ बल जाओ। जित मेरा मन जपै हर नाम। ओह बेला कहो हाँ बल जाओ। जित मेरा मन जपै हर नाम। ओह बेला कहो। इसे शब्द की अस्थाई बनाई गुरु के कीर्तनिया ने। मेरे साहिब जी गुरु अर्जन साहिब महाराज जी इस शब्द विच सानू की सोझी दे रहे ने। क्या ओह बेला कहो कहो का अर्थ करांगे उस वेला समा। उस वेले तो हाँ तो भाव है मैं बल जाऊं। बल जाऊं तो भाव है मैं सदके जावां। जित मेरा मन जपै हर नाम।
ਜਿਸ ਵੇਲੇ ਦੇ ਵਿੱਚ, ਜਿਸ ਸਮੇਂ ਦੌਰਾਨ ਮੇਰਾ ਮਨ ਹਰ ਨਾਉ ਜਪੈ, ਰੱਬ ਦਾ ਨਾਮ ਲਵੇ। ਇਹ ਰਹਾਉ ਦੀ ਪੰਕਤੀ ਹੈ, ਇਹਦੇ ਅੱਖਰੀ ਅਰਥ ਹੋ ਗਏ। ਉਹ ਵੇਲਾ ਕਉ ਹਉ ਬਲ ਜਾਉ, ਉਸ ਵੇਲੇ ਤੋਂ ਮੈਂ ਸਦਕੇ ਜਾਵਾਂ ਜਿਸ ਵੇਲੇ ਦੇ ਵਿੱਚ ਮੇਰਾ ਮਨ ਉਸ ਵਾਹਿਗੁਰੂ ਦਾ ਨਾਮ ਜਪੇ। ਇਹ ਅੱਖਰੀ ਅਰਥ ਹੋ ਗਏ ਇਹਦੇ ਇਸ ਰਹਾਉ ਦੀ ਪੰਕਤੀ ਵਿੱਚ। ਥੋੜਾ ਜਿਹਾ ਹੁਣ ਆਪਾਂ ਗਹਿਰਾਈ ਵਿੱਚ ਜਾਣਾ ਹੈ। ਵੇਲਾ ਕੀ ਹੈ ਤੇ ਇਸ ਵੇਲੇ ਦੇ ਦੌਰਾਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਦੱਸਣਾ ਕੀ ਚਾਹੁੰਦੇ ਨੇ ਵੀ ਉਸ ਮਾਲਕ ਤੋਂ ਕਿਵੇਂ ਸਦਕੇ ਜਾਣਾ ਚਾਹੀਦਾ ਹੈ। ਤੇ ਬਲ ਕੀ ਹੈ? ਮੇਰੇ ਸਾਹਿਬ ਜੀ ਧਿਆਨ ਦਿਓ, ਵੇਲਾ ਤੋਂ ਭਾਵ ਹੈ ਸਮਾਂ, ਜਿਸ ਨੂੰ ਅਸੀਂ ਰੋਜ਼ ਪੜ੍ਹਦੇ ਸੁਣਦੇ ਹਾਂ। ਆਮ ਸਾਡੇ ਇਹ ਤੁਕ ਮੂੰਹ ਤੇ ਜ਼ੁਬਾਨੀ ਯਾਦ ਹੈ, ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੈ ਦੁਆਰੈ ਆਇਆ। ਮੈਂ ਉਸ ਵੇਲੇ ਤੋਂ, ਉਸ ਸਮੇਂ ਤੋਂ ਕੁਰਬਾਨ ਸਦਕੇ ਜਾਵਾਂ ਜਿਸ ਸਮੇਂ ਮੈਂ ਦਰ ਦਾਤਾ ਤੇਰੇ ਦਰ ਤੇ ਆਇਆ। ਹੁਣ ਉਹ ਸਮਾਂ ਕਿਹੜਾ ਹੈ? ਜਦੋਂ ਅਸੀਂ ਗੁਰਦੁਆਰੇ ਕਦੀ ਆਏ ਹੋਈਏ ਨਾ, ਕਈ ਵਾਰੀ ਅਸੀਂ ਸਮਝ ਲੈਂਦੇ ਹਾਂ ਵੀ ਇੱਥੇ ਸਮਾਂ ਐਵੇਂ ਅਜਾਈ ਇੰਨਾ ਚਲੇ ਗਿਆ, ਇੰਨੇ ਸਮੇਂ ਵਿੱਚ ਮੈਂ ਇੰਨਾ ਕੰਮ ਕਰ ਲੈਣਾ ਸੀ, ਇੰਨੇ ਇਹ ਕੰਮ ਮੈਂ ਗੁਰਦੁਆਰੇ ਵਿੱਚ ਬੈਠਾ ਰਿਹਾ, ਮੈਨੂੰ ਪਤਾ ਹੀ ਨਹੀਂ ਲੱਗਾ, ਫਲਾਨਾ ਮਿਲ ਗਿਆ, ਉਹਦੇ ਨਾਲ ਮੈਂ ਗੱਲੀ ਪੈ ਗਿਆ, ਗੁਰੂ ਘਰ ਵਿੱਚ ਮੈਂ ਇੰਨੀ ਦੇਰ ਸੰਗਤ ਕਰਤੀ ਜਾਂ ਮੈਂ ਇੰਨੀ ਦੇਰ ਸੇਵਾ ਕੀਤੀ। ਇਹ ਅਸੀਂ ਅਜਾਈ ਜਿਹਾ ਸਮਾਂ ਸਮਝ ਲੈਂਦੇ ਹਾਂ, ਵਾਧੂ ਜਿਹਾ ਸਮਾਂ ਸਮਝ ਲੈਂਦੇ ਹਾਂ। ਕਈ ਵਾਰੀ ਐਸਾ ਹੁੰਦਾ ਹੈ ਵੀ ਕੋਈ ਕੰਮ ਨਾ ਹੋਵੇ ਵੀ ਚੱਲ ਅੱਜ ਗੁਰਦੁਆਰੇ ਜਾ ਆਉਂਦੇ ਹਾਂ, ਪਰ ਕੰਮ ਹੋਵੇ ਤੇ ਫਿਰ ਸਾਡੇ ਕੋਲ ਸਾਡੀ ਬਿਜੀ ਲਾਈਫ ਹੈ, ਫਿਰ ਅਸੀਂ ਜਾ ਨਹੀਂ ਸਕਦੇ। ਜਿੱਦਣ ਕੰਮ ਨਾ ਹੋਵੇ, ਕਹਿਣ ਤੋਂ ਭਾਵ ਹੈ ਮਨੁੱਖ ਨੇ ਇਸ ਨੂੰ ਵਾਧੂ ਸਮਾਂ ਸਮਝ ਲਿਆ, ਵਾਧੂ ਸਮਾਚਾਰ ਜਿਵੇਂ ਕਹਿ ਦਈਏ। ਪਰ ਇਹ ਜਿਹੜਾ ਵੇਲਾ ਹੈ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਜੇ ਨਿਗਾਹ ਨਾਲ ਵੇਖੀਏ ਤੇ ਮੇਰੇ ਪਾਤਸ਼ਾਹ ਜੀ ਤੇ ਕਹਿੰਦੇ ਨੇ ਇਹ ਵੇਲਾ ਹੀ ਸਫਲ ਉਹ ਵੇਲਾ ਹੈ, ਸਫਲ ਉਹ ਘੜੀ ਹੈ ਜਿਸ ਘੜੀ ਦੇ ਵਿੱਚ, ਜਿਸ ਸਦਕੇ, ਜਿਸ ਸਮੇਂ ਮੈਂ ਦਾਤਾ ਜੀ ਤੇਰੇ ਦਰ ਤੇ ਆਇਆ। ਹੋਰ ਤੇ ਅਸਫਲ ਹੋ ਗਈਆਂ ਸਾਰੀਆਂ ਘੜੀਆਂ। ਜਿਸ ਵੇਲੇ ਪੜ੍ਹਦਿਆਂ ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਮਹਾ ਮਹੀਨਾ ਦਿਵਸ ਦਿਨ। ਇਹ 12 ਮਾਹ ਦੇ ਵਿੱਚ ਆਪਾਂ ਪੜ੍ਹਦੇ ਹਾਂ, 12 ਮਾਹ ਦੀ ਬਾਣੀ ਹੈ। ਮਹਾ ਦਿਵਸ, ਦਿਵਸ ਭਾਵ ਦਿਨ, ਮਹਾ ਤੋਂ ਭਾਵ ਹੈ ਮਹੀਨੇ, ਦਿਵਸ ਤੋਂ ਭਾਵ ਹੈ ਉਹ ਸਮਾਂ, ਉਹ ਘੜੀਆਂ, ਉਹ ਮਹੀਨਾ, ਉਹ ਪਲ, ਉਹ ਛਿਨ। ਭਲਾ ਹੈ, ਮਿੰਸ ਚੰਗਾ ਹੈ ਮੇਰੇ ਵਾਸਤੇ। ਸਤਿਗੁਰੂ ਜੀ, ਜਦੋਂ ਮੈਂ ਤੇਰੇ ਦਰ ਤੇ ਆਇਆ ਸੀ, ਜਦੋਂ ਮੈਂ ਤੇਰਾ ਨਾਮ ਜਪਿਆ, ਜਦੋਂ ਮੈਂ ਤੇਰੇ ਲੜ ਲੱਗਿਆ, ਜਦੋਂ ਮੈਂ ਤੇਰੀ ਸ਼ਰਨ ਵਿੱਚ ਆਇਆ, ਮਹਾ ਦਿਵਸ ਮਹੂਰਤ ਭਲੇ ਜਿਸ ਕਉ ਫਿਰ ਕਿਆ ਨਜ਼ਰ ਕਰੇ, ਜਿਸ ਉੱਤੇ ਫਿਰ ਜਦੋਂ ਜਿਸ ਸਮੇਂ ਤੋਂ ਮੇਰੇ ਦੇ ਉੱਤੇ ਨਜ਼ਰ ਕਰ ਦਿੱਤੀ। ਨਜ਼ਰ ਦਾ ਅਰਥ ਹੈ ਨਜ਼ਰ, ਦ੍ਰਿਸ਼ਟੀ। ਤੇ ਨਜ਼ਰ ਤਾਂ ਹੁੰਦੀ ਹੈ ਜਦੋਂ ਕੋਈ ਗੁਰੂ ਕੀ ਸ਼ਰਨ ਵਿੱਚ ਆਉਂਦਾ। ਜਦੋਂ ਅਸੀਂ ਕਿਸੇ ਦੇ ਕੋਲ ਜਾਂਦੇ ਹਾਂ ਮਿਲਣ ਲਈ, ਅੱਗੇ ਸਾਹਮਣੇ ਬੈਠੇ ਹੋਈਏ ਨਾ, ਅਗਲੇ ਦਾ ਖਿਆਲ ਪੈ ਜਾਂਦਾ ਵੀ ਫਲਾਣਾ ਵੀ ਆਇਆ ਹੈ, ਤੇ ਉਦਣ ਨਾ ਗੱਲਬਾਤ ਹੋ ਸਕੇ, ਦੂਸਰੇ ਦਿਨ ਫਿਰ ਚਲੇ ਜਾਓ। ਤੇ ਉਹਨੂੰ ਪਤਾ ਹੁੰਦਾ ਵੀ ਇਹਨੇ ਕੱਲ ਵੀ ਆਇਆ ਸੀ, ਅੱਜ ਫਿਰ ਆਇਆ ਹੈ, ਤੇ ਇਹਨੂੰ ਪੁੱਛਿਆ ਤੇ ਜਾਵੇ ਵੀ ਰੋਜ਼ ਕਿਉਂ ਆਉਣਾ, ਕਾਰਨ ਕੀ ਹੈ, ਕਿਸ ਕੰਮ ਲਈ ਆਇਆ ਹੈ। ਤੇ ਗੁਰੂ ਪਿਆਰਿਓ, ਇੱਕ ਮਨੁੱਖ ਦੇ ਕੋਲ ਬੰਦਾ ਰੋਜ਼ ਜਾਵੇ, ਉਹਦੇ ਮਨ ਵਿੱਚ ਵੀ ਮਿਹਰ ਪੈ ਜਾਂਦੀ ਹੈ ਵੀ ਰੋਜ਼ ਕਾਹਦੇ ਲਈ ਆਉਣਾ, ਤੇਰਾ ਕੰਮ ਕੀ ਹੈ, ਮੈਨੂੰ ਦੱਸ, ਕਿਉਂ ਨਹੀਂ ਹੋਇਆ। ਤੇ ਜੇ ਬੰਦਿਆ ਤੂੰ ਗੁਰੂ ਕੋਲ ਰੋਜ਼ ਆਵੇਂ, ਗੁਰੂ ਦੀ ਸ਼ਰਨ ਵਿੱਚ ਆਵੇਂ, ਕਿ ਗੁਰੂ ਨਹੀਂ ਤੈਨੂੰ ਪੁੱਛੇਗਾ, ਕਿ ਗੁਰੂ ਤੇਰੇ ਉੱਤੇ ਨਜ਼ਰ ਨਹੀਂ ਕਰੇਗਾ? ਜ਼ਰੂਰ ਗੁਰੂ ਤੇਰੇ ਉੱਤੇ ਨਜ਼ਰ ਕਰੇਗਾ। ਮੇਰੇ ਸਾਹਿਬ ਜੀ, ਇਸ ਕਰਕੇ ਸਾਨੂੰ ਵੇਲੇ ਤੇ ਮੈਂ ਅਜੇ ਰੁਕਿਆ ਤੇ ਮੈਂ ਸੌਖੀਆਂ ਪੰਕਤੀਆਂ ਬੋਲ ਰਿਹਾ ਜਿਹੜੀਆਂ ਸਾਡੀਆਂ ਪਕੜ ਵਿੱਚ ਆ ਜਾਣ। ਅਸੀਂ ਰੋਜ਼ ਇਹ ਸੋਹਲੇ ਦੀ ਬਾਣੀ ਪੜ੍ਹਦੇ ਹਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਬੇਲਾ ਸਮਾਂ। ਪਰ ਇੱਥੇ ਇਹ ਜਿਹੜੇ ਮੈਂ ਸ਼ਬਦ ਐਵੇਂ ਪਿਆ ਨਾ ਪੜ੍ਹਿਆ ਨਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਪਰ ਸਾਰੇ ਅਸੀਂ ਪਾਠ ਇਸ ਤਰ੍ਹਾਂ ਕਰਦੇ ਹਾਂ
ਬਹੁ ਗਿਣਤੀ ਇਸ ਤਰ੍ਹਾਂ ਪਾਠ ਹੁੰਦਾ ਹੈ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਬਈ ਤੁਸੀਂ ਬੇਨਤੀ ਕਰੋ ਤੇ ਤੁਸੀਂ ਸੁਣੋ, ਇਹ ਕਿਵੇਂ ਹੋ ਸਕਦਾ ਜੀ? ਸਾਰੇ ਅਸੀਂ ਇਸ ਸੋਹਲੇ ਦੀ ਬਾਣੀ ਸਾਰੀ ਪੜ੍ਹ ਲੈਂਦੇ ਹਾਂ, ਆਮ ਕਈਆਂ ਨੂੰ ਮੂੰਹ ਜ਼ਬਾਨੀ ਯਾਦ ਹੈ, ਤੇ ਕਈ ਜਿਹੜੇ ਗੁਰੂ ਕੇ ਪਿਆਰੇ ਨੇ ਸੌਣ ਲੱਗੇ ਉਹ ਜ਼ਰੂਰ ਹੀ ਪੜ੍ਹ ਕੇ ਸੌਂਦੇ ਨੇ, ਜਿਨ੍ਹਾਂ ਉੱਤੇ ਗੁਰੂ ਦੀ ਰਹਿਮਤ ਹੈ। ਸਾਰਿਆਂ ਤੇ ਨਹੀਂ, ਸਾਡੇ ਵਰਗਿਆਂ ਤੇ ਸਾਰਿਆਂ ਤੇ ਨਹੀਂ, ਪਰ ਥੋੜਾ ਜਿਹਾ ਧਿਆਨ ਦੇਈਏ ਇੱਥੇ ਅਰਥ ਇਹਨੂੰ ਪੜ੍ਹਨਾ ਕਿਵੇਂ ਹੈ। ਪਹਿਲਾਂ ਤੇ ਇਹਨੂੰ ਪੜ੍ਹਨਾ ਸਿੱਖੀਏ, ਫਿਰ ਇਹਦੇ ਅਰਥ ਆਟੋਮੈਟਿਕਲੀ ਆ ਜਾਣਗੇ। ਕਿਆ ਕਰੋ ਤੋਂ ਭਾਵ ਹੈ ਮੈਂ ਬੇਨਤੀ ਕਰਦਾ ਹਾਂ ਤੇ ਸੁਣੋ। ਜੇ ਜਦੋਂ ਅਸੀਂ ਪੜਾਂਗੇ ਨਾ ਹਾਹਾ ਇਹ ਪਿੱਛੇ ਸੁਣੋ ਨਹੀਂ, ਅਸੀਂ ਸੱਸਾ ਤੇ ਨਾਣਾ ਹੀ ਦੋ ਅੱਖਰ ਹੀ ਲਾਉਨੇ ਆ, ਸੱਸੇ ਨੂੰ ਔਂਕੜ ਤੇ ਨਾਣੇ ਨੂੰ ਹੋੜਾ ਲਾ ਕੇ ਸੁਣੋ ਕਹਿ ਕਰ ਦਿੰਨੇ ਆ। ਇੱਥੇ ਸੱਸੇ ਨੂੰ ਔਂਕੜ ਤੇ ਨਾਣਾ ਤੇ ਹਾਹੇ ਨੂੰ ਅੱਗੇ ਔਂਕੜ ਲੱਗਾ ਹੋਇਆ ਹੈ। ਜਿਵੇਂ ਅਸੀਂ ਕਹਿ ਲਈਏ ਫਲਾਣਿਆ ਸੁਣੋ, ਭਾਜੀ ਤੁਸੀਂ ਮੇਰੀ ਗੱਲ ਸੁਣਦੇ ਹੋ, ਸੁਣੋ ਮੈਂ ਤੁਹਾਨੂੰ ਕੁਝ ਆਖਣਾ ਚਾਹੁੰਦਾ ਵਾਂ। ਅਸੀਂ ਗੁਰੂ ਨੂੰ ਕਹਿਣਾ ਹੈ, ਦਾਤਿਆ ਮੇਰੀ ਗੱਲ ਸੁਣ। ਅਸੀਂ ਸੰਬੋਧਨ ਕਰਕੇ ਜਦੋਂ ਅਸੀਂ ਕਿਸੇ ਨੂੰ ਕੋਈ ਗੱਲ ਕਹਿੰਦੇ ਆ ਤੇ ਉਹਨੂੰ ਸੰਬੋਧਨ ਕਰਦੇ ਆ। ਸੰਬੋਧਨ ਤੇ ਉਦੋਂ ਹੀ ਕਰਾਂਗੇ ਨਾ ਜਦੋਂ ਸਾਡਾ ਮਨ ਉੱਥੇ ਟਿਕਿਆ ਹੋਵੇਗਾ। ਜਦੋਂ ਅਸੀਂ ਕਿਸੇ ਨਾਲ ਥਰਡ ਪਰਸਨ ਨਾਲ ਗੱਲ ਕਰਨੀ ਆ, ਉਹਨੂੰ ਸੰਬੋਧਨ ਕਰਕੇ ਕਰਨੇ ਆ। ਉਹ ਮੇਰੇ ਫੇਸ ਟੂ ਫੇਸ ਹੋਵੇ, ਉਹ ਅੱਖਾਂ 'ਚ ਅੱਖਾਂ ਪਾਵੇ, ਉਹਨੂੰ ਮੈਂ ਗੱਲ ਕਵਾਂ। ਪਰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸੰਬੋਧਨ ਨਹੀਂ ਕਰਦੇ, ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਵੀ ਸੰਬੋਧਨ ਕਿੱਥੇ ਕਰਨਾ ਹੈ ਕਿੱਥੇ ਨਹੀਂ। ਰੋਜ਼ ਪੜ੍ਹਦੇ ਨਾ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਬਸ ਸਿੱਧਾ ਜਿਹਾ ਪੜ੍ਹ ਦਿੱਤਾ। ਪਰ ਜੇ ਇਹਨੂੰ ਇਸ ਤਰ੍ਹਾਂ ਪੜ੍ਹਿਆ ਜਾਵੇ, ਸਾਚੇ ਸਾਹਿਬਾ ਸੰਬੋਧਨ ਕੀਤਾ ਜਾਵੇ, ਕਿਆ ਨਾਹੀ ਕਰ ਤੇਰਾ, ਦਾਤਿਆ ਇਹ ਦੱਸ ਤੇਰੇ ਕਰ ਕਿਹੜੀ ਚੀਜ਼ ਨਹੀਂ ਹੈ, ਸੰਬੋਧਨ ਹੋ ਗਿਆ। ਇੱਥੇ ਸੰਬੋਧਨ ਹੈ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਫਿਰ ਕੀ, ਸੰਤ ਟਹਿਲ ਕੀ ਬੇਲਾ। ਟਹਿਲ ਹੁਣ ਇਹ ਗੁਰੂ ਦੀ ਸੇਵਾ ਤੇ ਸਿਮਰਨ ਕਰਨ ਦਾ ਸਮਾਂ ਹੈ। ਸੰਤ ਟਹਿਲ ਕੀ ਬੇਲਾ, ਈ ਹਾਂ ਇੱਥੇ ਰੁਕੋ, ਖਾਟ ਚੱਲੋ ਹਰ ਲਾਹਾ। ਈ ਹਾਂ ਇੱਥੇ ਰੁਕ ਜਾਓ, ਫਿਰ ਅੱਗੇ ਪੜੋ, ਖਾਟ ਚੱਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਬੇਲਾ ਦਾ ਅਰਥ ਕਰ ਲਿਓ ਮੌਕਾ, ਸੁਹੇਲਾ ਦਾ ਕਰ ਦਿਓ ਅਰਥ ਤੇਰਾ ਜਨਮ ਸੁਖਾਲਾ ਹੋ ਜਾਏਗਾ, ਸੌਖਾ ਹੋ ਜਾਏਗਾ। ਵੇਲਾ ਦਾ ਅਰਥ ਮੌਕਾ ਕਰ ਦਿਆਂਗੇ, ਇਹ ਵੇਲਾ ਹੈ। ਇਹ ਕਈ ਵਾਰੀ ਕਹਿ ਦਿੰਦੇ ਆ ਵੇਲਾ ਨਾ ਖੁਜਾ ਲਵੀਂ, ਆ ਤੇਰਾ ਮੌਕਾ ਹੈ ਜ਼ਿੰਦਗੀ ਦਾ। ਜੇ ਮੌਕਾ ਲੰਘ ਗਿਆ ਤੇ ਮੌਕਾ ਮੁੜ ਕੇ ਨਹੀਂ ਮਿਲਣਾ। ਕਈ ਵਾਰੀ ਮਾਪੇ ਬੱਚਿਆਂ ਨੂੰ ਕਹਿੰਦੇ ਨੇ, ਪੁੱਤਰ ਤੇਰਾ ਇਹ ਪੜ੍ਹਾਈ ਦਾ ਸਮਾਂ ਹੀ, ਇਹ ਮੌਕਾ ਹੈ। ਜੇ ਮੌਕਾ ਖੁਜਾ ਲਿਆ ਤੇ ਫਿਰ ਤੈਨੂੰ ਮੌਕਾ ਮੁੜ ਕੇ ਨਹੀਂ ਆਉਣਾ ਇਹ ਹੱਥ। ਤੇ ਗੁਰੂ ਸਾਹਿਬ ਜੀ ਸਾਨੂੰ ਰੋਜ਼ ਹੀ ਸੋਹਲੇ ਦੀ ਬਾਣੀ ਵਿੱਚ ਕਹਿੰਦੇ ਨੇ, ਬੰਦਿਆ ਇਹ ਮੌਕਾ ਹੀ, ਇਹ ਮੌਕਾ ਗਵਾ ਨਾ ਪਵੀਂ, ਸਮਾਂ ਗਵਾ ਨਾ ਪਈ। ਜੇ ਸਮਾਂ ਲੰਘ ਗਿਆ, ਜਿਹੜਾ ਪੱਤਣਾ ਤੋਂ ਪਾਣੀ ਇੱਕ ਵਾਰੀ ਲੰਘ ਜਾਂਦਾ ਮੁੜ ਕੇ ਵਾਪਸ ਨਹੀਂ ਆਉਂਦਾ। ਜਿਹੜੇ ਸਵਾਸ ਇੱਕ ਵਾਰੀ ਚਲੇ ਗਏ ਇਹਨਾਂ ਨੇ ਮੁੜ ਕੇ ਨਹੀਂ ਆਉਣਾ। ਇਹ ਜਿਹੜਾ ਮਨੁੱਖਾ ਜਨਮ ਇੱਕ ਵਾਰੀ ਚਲੇ ਗਿਆ ਨੇ ਮੁੜ ਕੇ ਨਹੀਂ ਆਉਣਾ। ਫਿਰ ਤੇ ਕਈ ਜਨਮ ਭਏ ਕੀਟ ਪਤੰਗਾ ਵਾਲੀ ਅਵਸਥਾ ਹੈ, ਬਣ ਜਾਣੀ ਹੈ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਫਿਰ ਧਿਆਨ ਦਿਆ ਜੇ, ਕਰੋ ਬੇਨੰਤੀ। ਜਦੋਂ ਅੱਜ ਪੜੋ ਨਾ ਸੋਹਲੇ ਦੀ ਬਾਣੀ ਤੇ ਧਿਆਨ ਦਿਆ ਜੇ, ਅੱਖਰਾਂ ਤੇ ਧਿਆਨ ਦਿਆ ਜੇ ਵੀ ਅੱਖਰ ਕੀ ਕਹਿੰਦੇ ਪਏ ਨੇ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਹੈ ਮੇਰੇ ਮਿੱਤਰ ਗੁਰੂ। ਇੱਥੇ ਮੀਤਾ ਤੋਂ ਭਾਵ ਹੈ ਮਿੱਤਰ, ਜਿਸ ਨੂੰ ਅਸੀਂ ਫਰੈਂਡ ਕਹਿ ਦਿੰਦੇ ਆ, ਦੋਸਤ ਕਹਿ ਦਿੰਦੇ ਆ। ਕਦੀ ਗੁਰੂ ਨਾਲ ਵੀ ਮਿੱਤਰਤਾ ਹੀ ਪਾ ਕੇ ਵੇਖ, ਗੁਰੂ ਨੂੰ ਵੀ ਕਹਿ ਮੇਰੇ ਮਿੱਤਰ ਸੁਣ। ਅਸੀਂ ਕਿਸੇ ਮਿੱਤਰ ਨਾਲ ਗੱਲ ਕਰਦੇ ਹੋਈਏ ਨਾ ਤੇ ਕੰਨ ਦੇ ਲਾਗੇ ਹੋ ਕੇ ਕਰਦੇ ਆ ਬਈ ਇਹ ਗੱਲ ਜਿਹੜੀ ਮੇਰਾ ਮਿੱਤਰ ਮੇਰੇ ਕੋਲੋਂ ਸੁਣ ਲਵੇ, ਤੇ ਫਿਰ ਉਹ ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ ਜੀ ਹਜ਼ੂਰੀ ਕਰਕੇ ਉਹਦੇ ਕਰਦੇ ਆ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ, ਕਦੀ ਆਪਣੇ ਮਿੱਤਰ ਗੁਰੂ ਨੂੰ ਵੀ ਕਦੀ ਮਿੱਤਰ ਬਣਾਇਆ ਹੀ? ਤੁਕਾਂ ਤੇ ਇਹ ਰੋਜ਼ ਪੜ੍ਹਦਾ ਹੈ। ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਜੇ ਤੂੰ ਇਸ ਮਨੁੱਖਾ ਜਨਮ ਨੂੰ ਸੰਵਾਰ ਲਏਗਾ, ਇਸ ਮੌਕੇ ਨੂੰ, ਤੇ ਫਿਰ ਤੇਰਾ ਅੱਗੇ ਜਨਮ ਸੁਹੇਲਾ ਸੌਖਾ ਹੋ ਜਾਏਗਾ। ਪਰ ਸੌਖਾ ਕਿਵੇਂ ਹੋਏਗਾ? ਹੋਰ ਥੋੜਾ ਜਿਹਾ ਅੱਗੇ ਮਾੜਾ ਜਿਹਾ ਚੱਲੀਏ। ਜਦੋਂ ਇਸ ਗੱਲ ਦਾ ਪਤਾ ਲੱਗੇਗਾ ਤਾਂ ਹੀ ਆਪਾਂ ਮੌਕਾ ਨਹੀਂ ਖਿਜਾਵਾਂਗੇ। ਜਨਮ ਸੌਖਾ ਤਾਂ ਹੋਵੇਗਾ
ਜਦੋਂ ਇਹਦਾ ਪਤਾ ਲੱਗ ਜਾਏਗਾ ਔਧ ਘਟੈ। ਪਰ ਸਾਨੂੰ ਤੇ ਪਤਾ ਹੀ ਨਹੀਂ ਸਾਡੀ ਉਮਰ ਘਟ ਰਹੀ ਹੈ। ਰੋਜ਼ ਸੋਇਲੇ ਦੀ ਬਾਣੀ ਪੜ੍ਹਦੇ ਜ਼ਰੂਰ ਆ, ਪਰ ਜੇ ਨਾਲ ਨਾਲ ਇਹਨੂੰ ਵਿਚਾਰਨਾ ਵੀ ਸ਼ੁਰੂ ਕਰ ਦਈਏ ਤੇ ਨਜ਼ਾਰਾ ਨਾ ਆ ਜਾਵੇ, ਆਨੰਦ ਨਾ ਜ਼ਿੰਦਗੀ ਦਾ ਬਣ ਜਾਵੇ, ਫਿਰ ਇਹ ਮੌਕਾ ਅਸੀਂ ਗਵਾਈਏ ਹੀ ਨਾ, ਇਹ ਜਨਮ ਸਾਡਾ ਸੌਖਾ ਹੋ ਜਾਵੇ। ਪਰ ਗੱਲ ਕੀ ਹੈ? ਔਧ ਘਟੈ। ਜੇ ਇਸ ਗੱਲ ਦਾ ਪਤਾ ਲੱਗ ਜੇ ਵੀ ਸਾਡੀ ਉਮਰ ਘਟ ਰਹੀ ਹੈ, ਬੱਚਾ ਜਨਮ ਲੈਂਦਾ ਹੈ, ਉਹਦੀ ਉਮਰ ਘਟਦੀ ਹੈ, ਉਹਦਾ ਸਰੀਰ ਵੱਧਦਾ ਹੈ, ਉਮਰ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਸਰੀਰ ਵਧਣਾ ਸ਼ੁਰੂ ਹੋ ਜਾਂਦਾ ਹੈ। ਮੇਰੇ ਪਾਤਸ਼ਾਹ ਜੀ ਦੀ ਔਧ ਘਟੈ ਦਿਨਸ ਰਹਿਣ ਆਰੇ। ਦਿਨਸ ਭਾਵ ਦਿਨ ਅਤੇ ਰਾਤ ਕਰਕੇ ਉਮਰ ਘਟ ਰਹੀ ਹੈ। ਔਧ ਘਟੈ ਦਿਨਸ ਰਹਿਣ ਆਰੇ। ਫਿਰ ਮੇਰੇ ਬਾਪੂ ਨੇ ਅੱਗੇ ਪਤਾ ਕੀ ਕਿਹਾ? ਮਨ, ਕਿਤੇ ਥਰਡ ਪਰਸਨ ਦੀ ਗੱਲ ਨਹੀਂ ਹੈ, ਕਿਸੇ ਤੀਸਰੇ ਬੰਦੇ ਦੀ ਗੱਲ ਨਹੀਂ ਹੈ, ਉੱਥੇ ਮਨ ਨੂੰ ਆਖਿਆ ਹੈ, ਆਪਣੇ ਆਪ ਨੂੰ ਆਖਿਆ ਹੈ। ਮਨ, ਰੁਕ ਜਾਈਏ ਕਦੇ ਵੀ, ਬ੍ਰੇਕ ਲੈ ਲੈ ਕੇ ਆਪਾਂ ਜਿਹੜਾ ਗੱਡੀ ਚਲਾਉਂਦਾ ਕਦੀ ਵੀ ਉਹ ਮੰਜ਼ਿਲ ਤੇ ਇਹ ਨਹੀਂ ਹੈ ਵੀ ਨਾ ਪਹੁੰਚੇ, ਮੰਜ਼ਿਲ ਤੇ ਜ਼ਰੂਰ ਪਹੁੰਚ ਜਾਏਗਾ। ਪਰ ਜਿਹੜਾ ਐਵੇਂ ਹੀ ਤੁਰਿਆ ਜਾਵੇ ਤੇ ਸ਼ਾਇਦ ਨਾ ਹੀ ਪਹੁੰਚੇ, ਕਿਉਂਕਿ ਮਿਸਟੇਕ ਹੋ ਸਕਦੀ ਹੈ। ਬੰਦਿਆ, ਜੇ ਤੂੰ ਬ੍ਰੇਕ ਲੈ ਕੇ ਗੱਡੀ ਚਲਾਏਗਾ ਤੇ ਮੰਜ਼ਿਲ ਤੇ ਪਹੁੰਚ ਜਾਏਗਾ, ਅਨਬੈਲੈਂਸ ਨਾ ਹੋਵੇਗਾ ਤੇ ਤੈਨੂੰ ਸਫ਼ਰ ਤੇਰਾ ਸੋਹਣਾ ਲੰਘ ਜਾਏਗਾ। ਪਰ ਜੇ ਤੂੰ ਬਾਣੀ ਵੀ ਇਸ ਤਰ੍ਹਾਂ ਹੀ ਪੜ੍ਹਨੀ ਸ਼ੁਰੂ ਕਰ ਦੇਵੇਂ, ਔਧ ਘਟੈ ਦਿਨਸ ਰਹਿਣ ਆਰੇ। ਫਿਰ ਕਿਆ? ਮਨ, ਰੁਕ ਜਾ ਮਨ ਤੇ, ਗੁਰ ਮਿਲ। ਗੁਰੂ ਨੂੰ ਮਿਲ ਕੇ, ਇੱਥੇ ਮੰਮੀ ਨੂੰ ਵੀ ਸਿਹਾਰੀ ਹੈ ਤੇ ਲੱਲੇ ਨੂੰ ਵੀ, ਇਹਦਾ ਮਤਲਬ ਇਹ ਹੈ ਮਿਲ ਕੇ। ਹੁਣ ਜਿਹੜੀ ਸਿਹਾਰੀ ਹੈ ਨਾ, ਇਹ ਉਚਾਰਨ ਕਰਦੀ ਹੈ। ਕਈ ਵਾਰੀ ਅਸੀਂ ਕਾਮਨ ਜਿਹਾ ਸ਼ਬਦ ਬੋਲਦੇ ਆ ਨਾ ਤੇ ਕਹਿੰਦੇ ਆ ਵੀ ਪ੍ਰਸ਼ਾਦਾ ਨਹਾ ਕੇ ਖਾਵਾਂਗਾ, ਮੈਂ ਹੱਥ ਸੁੱਚੇ ਕਰਕੇ ਫਿਰ ਪ੍ਰਸ਼ਾਦੇ ਨੂੰ ਹੱਥ ਲਾਵਾਂਗਾ, ਮੈਂ ਗੁਰਦੁਆਰੇ ਜਾ ਕੇ ਆਹ ਕੰਮ ਕਰਾਂਗਾ। ਹੁਣ ਕੇ ਸ਼ਬਦ ਜਿਹੜਾ ਹੈ ਨਾ ਕਾਮਨ ਜਿਹਾ ਹੈ। ਇੱਥੇ ਜਿਹੜਾ ਕੇ ਸ਼ਬਦ ਜਿਹੜਾ ਹੈ ਕਾਮਨ ਜਿਹਾ ਹੈ, ਇਹਨੂੰ ਵਾਰ-ਵਾਰ ਆਉਂਦਾ ਹੈ ਤੇ ਇਹਦਾ ਕੰਮ ਲਿਆ ਜਾਂਦਾ ਸਿਹਾਰੀ ਦੇ ਕੋਲੋਂ। ਹੁਣ ਰੋਜ਼ ਪਕੜ 'ਚ ਗੱਲ ਆਵੇ ਨਾ, ਮੈਂ ਉਸ ਨੂੰ ਤਾਂ ਸੌਖੇ ਸ਼ਬਦ ਕਹਿਣਾ। ਜਦੋਂ ਅਸੀਂ ਰਹਿਰਾਸ ਸਾਹਿਬ ਜੀ ਦਾ ਸ਼ਬਦ ਪੜ੍ਹਦੇ ਹਾਂ ਨਾ, ਸੁਣ ਵੱਡਾ ਆਖੈ ਸਭ ਕੋਏ, ਸੁਣ ਵੱਡਾ ਆਖੈ, ਐਵੇਂ ਪੜ੍ਹ ਦਿੰਦੇ ਹਾਂ। ਪਰ ਜੇ ਥੋੜਾ ਜਿਹਾ ਇੱਥੇ ਝਬਕੀ ਦੇਈਏ, ਸੁਣ ਵੱਡਾ ਆਖੈ ਸਭ ਕੋਏ, ਇੱਥੇ ਸੱਸੇ ਨੂੰ ਔਂਕੜ ਤੇ ਨਾਣੇ ਨੂੰ ਸਿਹਾਰੀ ਹੈ। ਉਹ ਜਿਹੜੀ ਸਿਹਾਰੀ ਹੈ ਉਹ ਦੱਸਦੀ ਹੈ ਸੁਣ ਕੇ, ਉਹ ਜਿਹੜਾ ਅਰਥ ਕਰ ਰਹੀ ਹੈ ਸੁਣ ਕੇ। ਪਰ ਅਸੀਂ ਸੱਸਾ ਤੇ ਨਾਣਾ ਸੁਣ ਤੇ ਐਵੇਂ ਵੀ ਬਣ ਜਾਣਾ ਸੀ। ਹੁਣ ਗੁਰੂ ਨੂੰ ਪੁੱਛੀਏ ਵੀ ਨਾਣੇ ਨੂੰ ਸਿਹਾਰੀ ਲਾਉਣ ਦੀ ਕੀ ਲੋੜ ਪਈ ਹੈ? ਪਾਤਸ਼ਾਹ ਜੀ ਤੁਸੀਂ ਸਿਹਾਰੀ ਕਿਉਂ ਲਾਈ? ਉਹ ਕਹਿੰਦਾ ਸਿਹਾਰੀ ਇਸ ਕਰਕੇ ਲਾਈ ਹੈ ਬਈ ਇਹਦਾ ਜਿਹੜਾ ਕੇ ਆ ਜਾਵੇ, ਜਿਹੜਾ ਕਾਮਨ ਸ਼ਬਦ ਵਾਰ-ਵਾਰ ਆਉਂਦਾ ਹੈ ਨਾ, ਇੱਥੇ ਕੇ ਲਿਖਣ ਦੇ ਬਜਾਏ ਸਿਹਾਰੀ ਲਾ ਦਿੱਤੀ ਹੈ। ਸੁਣ ਕੇ, ਜੇ ਆਪਾਂ ਨਾਣੇ ਨੂੰ ਸਿਹਾਰੀ ਨਾ ਹੁੰਦੀ ਤੇ ਫਿਰ ਅੱਗੇ ਕੇ ਆਉਣਾ ਸੀ, ਇਹ ਸਿਹਾਰੀ ਕਹਿ ਦਿੰਦੀ ਹੈ ਸੁਣ ਵੱਡਾ ਆਖੈ ਸਭ ਕੋਏ। ਸੁਣ ਕੇ ਹਰ ਕੋਈ ਉਹਨੂੰ ਵੱਡਾ ਵੱਡਾ ਕਹੀ ਜਾ ਰਿਹਾ ਹੈ, ਪਰ ਕੇਵਡ ਵੱਡਾ ਡਿੱਠਾ ਹੋਏ ਕਿਸੇ ਨੇ ਵੇਖਿਆ ਅਜੇ ਤੱਕ ਵੀ ਉਹ ਕਿੱਡਾ ਕੋ ਵੱਡਾ ਹੈ। ਹੁਣ ਕਹਿਣ ਤੋਂ ਭਾਵ ਹੈ ਜਿਹੜੀਆਂ ਇਹ ਸਿਹਾਰੀਆਂ ਔਂਕੜ ਦਲੰਕੜ ਨੇ, ਇਹ ਸਾਨੂੰ ਇਹਦੇ ਅਰਥ ਦੱਸਦੇ ਨੇ ਵੀ ਇਹਦਾ ਅਰਥ ਆ ਹੈ, ਪਰ ਅਸੀਂ ਨਹੀਂ। ਮਨ, ਫਿਰ ਆ ਜਾਓ ਉੱਥੇ, ਮਨ ਗੁਰ ਮਿਲ। ਮਨ ਗੁਰੂ ਨੂੰ ਮਿਲ ਕੇ ਇਸ ਮਨੁੱਖਾ ਜਨਮ ਦਾ ਕਾਰਜ ਸਵਾਰ ਲੈ ਤੂੰ। ਮਨ ਗੁਰ ਮਿਲ ਕਾਜ ਸਵਾਰੇ। ਪਰ ਇਹ ਗੱਲ ਮਨ ਕਹਿਣ ਲਈ ਤਿਆਰ ਤਾਂ ਹੋਵੇਗਾ, ਆਪਣੇ ਆਪ ਨੂੰ ਅਸੀਂ ਸੰਬੋਧਨ ਤਾਂ ਕਰਾਂਗੇ ਜਦੋਂ ਅਸੀਂ ਇਹ ਸਮਝ ਲਾਵਾਂਗੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ। ਦਾਤਿਆ ਅੱਜ ਜਿਹੜਾ ਦਿਨ ਚੜਿਆ ਇਹਨਾਂ ਲੰਘ ਗਿਆ ਏ, ਮੈਂ ਅੱਜ ਨਿਤਨੇਮ ਨਹੀਂ ਕੀਤਾ, ਮੈਂ ਅੱਜ ਤੇਰੇ ਦਰ ਤੇ ਨਹੀਂ ਆਇਆ, ਅੱਜ ਮੈਂ ਬਾਣੀ ਨਹੀਂ ਪੜ੍ਹੀ, ਅੱਜ ਮੈਂ ਸਿਮਰਨ ਨਹੀਂ ਕੀਤਾ, ਅੱਜ ਦਾ ਮੇਰਾ ਦਿਨ ਤੇ ਐਵੇਂ ਹੀ ਤੁਰ ਗਿਆ। ਜੇ ਤੇਰੇ ਅੰਦਰ ਇਹ ਆਵਾਜ਼, ਤੇਰੇ ਅੰਦਰ ਆਪਣੇ ਆਪ ਇਹ ਗੱਲ ਸ਼ੁਰੂ ਹੋ ਜਾਵੇ, ਦਿਨ ਤੇ ਪਹਿਰ, ਦਿਨ ਚੜਿਆ ਸੀ ਪੈਰ ਲੱਗ ਗਏ, ਦਿਨ ਚੜਿਆ ਪਉ ਫਟਾਲਾ ਹੋਇਆ, ਕਿੰਨੇ ਪਹਿਲਾ ਪੈਰ, ਫਿਰ ਕਹਿ ਦਿੰਦੇ ਆ ਦੂਸਰਾ ਪੈਰ, ਫਿਰ ਤੀਸਰਾ ਤੇ ਚੌਥਾ ਪੈਰ ਆਇਆ ਤੇ ਰਾਤ ਪੈ ਗਈ। ਹੁਣ ਮੇਰੇ ਸਾਹਿਬ ਜੀ ਕਹਿੰਦੇ ਨੇ ਬੰਦਿਆ ਤੇਰੇ ਜੀਵਨ ਦੀ ਰਾਤ ਪੈ ਚੱਲੀ ਹੈ, ਤੇਰਾ ਜੀਵਨ ਜਿਹੜਾ ਸਫਲ ਹੋ ਚੱਲਿਆ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਜਦੋਂ
ਵੇਖੋ ਇੱਕ ਹੋਰ ਉਦਾਹਰਨ ਦੇ ਦਿਆਂ। ਬੱਚੇ ਨੇ ਅਜੇ ਜਨਮ ਲੈਣਾ ਹੈ, ਜਨਮ ਲਿਆ ਨਹੀਂ, ਜਨਮ ਲੈਣ ਦੇ ਆਰ ਪਾਰ ਦੇ ਵਿੱਚ ਹੈ, ਉਹਨੇ ਜਨਮ ਲੈਣਾ ਹੈ ਤੇ ਉਹਦੀ ਅਜੇ ਜਨਮ ਲੈਣਾ ਹੈ ਤੇ ਉਹਦੀ ਉਮਰ ਪੂਰੀ ਹੈ, ਉਹਦੀ ਆਯੂ ਪੂਰੀ ਹੈ। ਪਰ ਜਿਵੇਂ ਹੀ ਬੱਚੇ ਨੇ ਜਨਮ ਲਿਆ ਨਾ, ਇੱਕ ਸਵਾਸ ਆਇਆ, ਪਹਿਲਾ ਸਵਾਸ ਜਿਹੜਾ ਆਇਆ ਉਹ ਘਟਣਾ ਸ਼ੁਰੂ ਹੋ ਗਈ, ਉਹਦੀ ਉਮਰ ਉਸੇ ਪਲ ਹੀ ਘਟਣੀ ਸ਼ੁਰੂ ਹੋ ਗਈ। ਇੱਕ ਇੱਕ ਸਵਾਸ, ਪਹਿਲਾ ਸਾਹ ਹੀ ਆਇਆ, ਅਜੇ ਜਨਮ ਹੀ ਲਿਆ ਹੈ, ਜਨਮ ਲੈਂਦਿਆਂ ਹੀ ਉਮਰ ਘਟਣੀ ਸ਼ੁਰੂ ਹੋ ਗਈ ਹੈ। ਤਾਂ ਹੀ ਤਾਂ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤੇ ਸਾਡੇ ਲੋਕ ਵੱਡੇ ਬਜ਼ੁਰਗ ਅਸੀਸ ਦਿੰਦੇ ਨੇ, ਕਹਿੰਦੇ ਨੇ ਪੁੱਤਰ ਤੇਰੀ ਲੰਮੀ ਉਮਰ ਹੋਵੇ। ਇਸ ਅਸੀਸ ਦੇ ਵਿੱਚ ਇੱਕ ਦੁਖਾਂਤ ਛੁਪਿਆ ਹੋਇਆ, ਇੱਕ ਦੁੱਖ ਛਪਿਆ ਹੋਇਆ ਹੈ। ਇਸ ਅਸੀਸ ਦੇ ਵਿੱਚ ਇੱਕ ਦੁੱਖ ਇਹ ਛਪਿਆ ਹੋਇਆ ਹੈ ਕਿ ਤੂੰ ਜਨਮ ਲਿਆ ਹੈ, ਤੂੰ ਹੁਣ ਛੇਤੀ ਮਰ ਨਾ ਜਾਈਂ ਕਿਧਰੇ। ਇਹਦੇ ਵਿੱਚ ਦੁੱਖ ਛਪਿਆ ਹੋਇਆ। ਤੇ ਜੇ ਇਹ ਦੁੱਖ ਨਾ ਹੋਵੇ ਤੇ ਕੀ ਆਖਣ ਦੀ ਲੋੜ ਹੈ? ਅਜੇ ਤੇ ਉਹਨੇ ਜਨਮ ਹੀ ਲਿਆ ਹੈ ਤੇ ਜਨਮ ਲੈਂਦਿਆਂ ਹੀ ਉਹਨੂੰ ਆਖਣ ਦੀ ਕੀ ਲੋੜ ਹੈ ਵੀ ਤੇਰੀ ਲੰਮੀ ਉਮਰ ਹੋਵੇ? ਇਹਦੇ ਵਿੱਚ ਇੱਕ ਦੁਖਾਂਤ ਹੈ, ਇਹਦੇ ਦੁੱਖ ਛਪਿਆ ਹੋਇਆ ਹੈ ਕਿ ਤੇਰੀ ਲੰਮੀ ਉਮਰ ਹੋਵੇ। ਕੋਈ ਪਤਾ ਨਹੀਂ ਕਿੰਨੇ ਕੁ ਸਵਾਸ ਰੱਬ ਨੇ ਦਿੱਤੇ ਨੇ ਤੈਨੂੰ, ਕਿੰਨੇ ਕੁ ਮਹੀਨੇ ਤੇ ਕਿੰਨੇ ਕੁ ਸਾਲ ਦਿੱਤੇ ਨੇ, ਕਿਧਰੇ ਵੇਖਦਿਆਂ ਵੇਖਦਿਆਂ ਸਾਡੇ ਸਾਹਮਣੇ ਹੀ ਨਾ ਤੁਰ ਜਾਈਂ ਕਿਧਰੇ। ਮੇਰੇ ਪਾਤਸ਼ਾਹ ਕਹਿੰਦੇ ਨੇ ਉਮਰ ਜਿਹੜੀ ਹੈ ਉਹਦੀ ਘਟਣੀ ਸ਼ੁਰੂ ਹੋ ਜਾਂਦੀ ਹੈ, ਸਰੀਰ ਵਧਣਾ ਸ਼ੁਰੂ ਹੋ ਜਾਂਦਾ ਹੈ। ਬਾਣੀ ਕਹਿ ਰਹੀ ਹੈ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵਦ ਆਉਦ ਘਟੈ ਦਿਨ ਸਿਰੈਣਾ ਰੇ। ਤੇ ਇਸ ਕਰਕੇ ਦਿਨ ਤੇ ਪਹਿਰ ਪਹਿਰ ਤੇ ਘਰੀਆਂ, ਮੇਰੇ ਪਾਤਸ਼ਾਹ ਕਹਿੰਦੇ ਨੇ ਦਿਨ ਸੀ, ਅਜੇ ਜਨਮ ਲਿਆ ਨਹੀਂ ਸੀ, ਜਨਮ ਲੈਣ ਵਾਲਾ ਸੀ, ਉਮਰ ਪੂਰੀ, ਜਦੋਂ ਜਨਮ ਲਿਆ ਉਮਰ ਘਟਣੀ ਸ਼ੁਰੂ ਹੋ ਗਈ, ਸਰੀਰ ਵਧਣਾ ਸ਼ੁਰੂ ਹੋ ਗਿਆ। ਪਹਿਲਾ ਦੁਪਹਿਰ ਲੱਗ ਗਿਆ, ਦਿਨ ਚੜਿਆ, ਦੁਪਹਿਰਾ ਹੋ ਗਿਆ, ਜੋਬਨ ਆਇਆ। ਮੇਰੇ ਪਾਤਸ਼ਾਹ ਕਹਿੰਦੇ ਨੇ ਬਚਪਨਾ ਆਇਆ, ਕਿਸ਼ੋਰ ਅਵਸਥਾ ਆਈ, ਜੋਬਨ ਆ ਗਿਆ, ਬੁਢੇਪਾ ਆ ਗਿਆ, ਬੁਢੇਪਾ ਆ ਗਿਆ ਤੇ ਫਿਰ ਸਦਾ ਦੀ ਨੀਂਦਰੇ ਸੌਂ ਗਿਆ। ਇਹ ਮੇਰਾ ਸਤਿਗੁਰੂ ਜੀ ਕਹਿ ਰਹੇ ਆ। ਇਸ ਕਰਕੇ ਇਹ ਮਨੁੱਖ ਮਨ ਨੂੰ ਤੂੰ ਆਪਣੇ ਨੂੰ ਸੰਬੋਧਨ ਕਰਿਆ ਕਰ, ਦੁਨੀਆ ਦੇ ਲੋਕਾਂ ਨੂੰ ਨਾ ਤੂੰ ਆਖਦਾ ਰਿਹਾ ਕਰ, ਆਪਣੇ ਮਨ ਨੂੰ ਆਖਿਆ ਕਰ। ਆ ਜਦੋਂ ਅਸੀਂ ਆ ਸ਼ਬਦ ਪੜ੍ਹਦੇ ਆ ਨਾ, ਬਾਬਾ ਮਾਇਆ ਸਾਥ ਨਾ ਹੋਏ, ਮੈਂ ਕੇਵਲ ਸੰਬੋਧਨ ਤੇ ਜੇ ਰੁਕਿਆ ਹੋਇਆ। ਬਾਬਾ, ਅਸੀਂ ਬਾਬਾ ਕਿਹਨੂੰ ਕਹਿੰਦੇ ਆ? ਦਾਦੇ ਨੂੰ, ਬਜ਼ੁਰਗ ਨੂੰ, ਬਾਪੂ ਨੂੰ। ਜਿਹੜਾ ਚਿੱਟਾ ਦਾੜਾ ਹੋਵੇ ਉਹਨੂੰ ਬਾਬਾ ਕਹਿ ਦਈਏ। ਅੱਜ ਕੱਲ ਤੇ ਉਹ ਵੀ ਕਈ ਗੁੱਸੇ ਹੋ ਜਾਂਦੇ ਨੇ ਵੀ ਮੈਨੂੰ ਬਾਬਾ ਕਿਉਂ ਆਖਿਆ ਜੀ। ਇੱਥੇ ਬਾਬਾ ਉਹਨਾਂ ਨੂੰ ਨਹੀਂ ਆਖਿਆ, ਬਾਬਾ ਇੱਥੇ ਮਨ ਨੂੰ ਆਖਿਆ ਹੈ। ਬਾਬਾ ਇੱਥੇ ਬਾਬਾ ਮਨ ਨੂੰ ਆਖਿਆ। ਬਾਬਾ ਮਾਇਆ ਸਾਥ ਨਾ ਹੋਏ, ਕਿਉਂ? ਇਨ ਮਾਇਆ ਜਗ ਮੋਹਿਆ, ਇਸ ਨੇ ਸਾਰੇ ਸੰਸਾਰ ਨੂੰ ਮੋਹਿਆ ਹੋਇਆ। ਕੱਲੀ ਤੇਰੀ ਕੋਈ ਵੱਡੀ ਗੱਲ ਨਹੀਂ ਹੈ ਵੀ ਤੈਨੂੰ ਹੀ ਕੱਲੇ ਨੂੰ ਦਬਾਈ ਫਿਰਦਾ ਹੈ। ਇਹ ਮਾਇਆ, ਇਹ ਮੋਹਿਆ ਸੰਸਾਰ ਨੂੰ ਹੀ ਇਹਨੇ ਮੋਹਿਆ ਹੋਇਆ ਹੈ। ਇਹ ਸੰਸਾਰ ਨੂੰ ਹੀ ਛੜੀ ਫਿਰਦਾ ਹੈ, ਸੰਸਾਰ ਨੂੰ ਹੀ ਇਹ ਮਾਇਆ ਦਾ ਪਸਾਰਾ ਜਿਹੜਾ। ਬਾਬਾ ਮਾਇਆ ਸਾਥ ਨਾ ਹੋਏ, ਫਿਰ ਕੀ ਜੀ? ਇਨ ਮਾਇਆ ਜਗ ਮੋਹਿਆ। ਪਰ ਗੱਲ ਕੀ? ਵਿਰਲਾ ਬੁਝੈ ਕੋਏ, ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ। ਤੇ ਜਿਹੜਾ ਸਮਝ ਲਵੇ ਉਹ ਫਿਰ ਮਨ ਉਹਦਾ ਗੁਰੂ ਚਰਨਾਂ ਨਾਲ ਜੁੜ ਜਾਂਦਾ। ਆਮ ਹੀ ਸਾਡਾ ਸਵਾਲ ਹੈ ਕਿ ਸਾਡਾ ਮਨ ਟਿਕਦਾ ਨਹੀਂ ਹੈ। ਟਿਕੇਗਾ ਤਾਂ ਜੇ ਸਾਡੇ ਅੰਦਰ ਇਹ ਬਾਣੀ ਦੇ ਸ਼ਬਦ ਚੱਲਣ ਲੱਗ ਪੈਣ, ਸਾਨੂੰ ਇਹ ਪਤਾ ਲੱਗ ਜਾਵੇ, ਅਸੀਂ ਇਹਨੂੰ ਦੁਹਰਾਉਂਦੇ ਰਹੀਏ ਵੀ ਅੱਜ ਜਿਹੜਾ ਦਿਨ ਚਲੇ ਗਿਆ, ਚੜਿਆ, ਨਿਕਲ ਗਿਆ, ਅਗਲਾ ਦਿਨ ਨਿਕਲ ਜਾਣਾ, ਮੈਂ ਅੱਜ ਕੋਈ ਚੰਗਾ ਨਹੀਂ ਕੰਮ ਕੀਤਾ, ਅੱਜ ਮੈਂ ਸੇਵਾ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਮੇਰੇ ਇੰਨੇ ਸਾਲ ਲੰਘ ਗਏ ਨੇ, ਜਿਵੇਂ 40 45 50 ਸਾਲ ਲੰਘ ਗਏ। ਤੇ ਬੰਦੇ ਦੀ ਪਕੜ ਜ਼ਿਆਦਾ ਹੁੰਦੀ ਹੈ ਸੰਸਾਰ ਦੇ ਵਿੱਚ, ਅਜੇ ਬਚਪਨੇ ਵਿੱਚ ਨਹੀਂ, ਜੋਬਨ ਵਿੱਚ ਕੁਝ ਹੋਰ ਕੁਝ ਕਰਦਾ ਰਹਿੰਦਾ ਹੈ। ਤੇ ਜਦੋਂ ਬੁਢੇਪਾ ਆਉਂਦਾ ਹੈ ਉਹਦੀ ਪਕੜ ਹੋਰ ਸੰਸਾਰ ਦੇ ਪਦਾਰਥਾਂ ਨਾਲ ਵੱਧਦੀ ਹੈ, ਕਿਉਂਕਿ ਉਹਨੂੰ ਪਤਾ ਨਹੀਂ ਲੱਗਦਾ ਵੀ ਹੁਣ ਤੇ ਅੱਗੇ ਨੇੜੇ ਹੀ ਆ ਗਿਆ, ਹੁਣ ਤੇ ਮੰਜ਼ਿਲ ਖਤਮ ਹੋਣ ਵਾਲੀ ਹੈ, ਹੁਣ ਤੇ ਸਫ਼ਰ ਜਿਹੜਾ ਹੈ ਉਹ ਤੈਅ ਹੋ ਗਿਆ, ਅੱਧਾ ਕੋ ਰਹਿ ਗਿਆ, ਅੱਧੇ ਨਾਲੋਂ ਜ਼ਿਆਦਾ ਹੋ ਗਿਆ, ਤੇ ਬਸ ਆ ਗਈ ਮੰਜ਼ਿਲ, ਨੇੜੇ ਆ ਗਈ। ਪਰ ਬੰਦੇ ਨੂੰ ਨਹੀਂ ਪਤਾ ਲੱਗਦਾ, ਨਾ ਪਤਾ ਲੱਗ ਕਰਕੇ ਮਨੁੱਖ ਦੁਖੀ ਹੁੰਦਾ ਰਹਿੰਦਾ ਹੈ। ਮੈਂ ਸੰਬੋਧਨ ਤੇ ਉੱਤੇ ਰੁਕਿਆ। ਅਸੀਂ ਜਦ ਸ਼ਬਦ ਪੜ੍ਹਦੇ ਆ ਨਾ, ਮੁੱਲਾ ਮਨਾਰੇ ਕਿਆ ਚੜੇ, ਸੰਬੋਧਨ ਕੀਤਾ। ਇੱਥੇ ਉਹ ਜਿਹੜਾ ਮੌਲਵੀ ਹੈ, ਕਾਜੀ ਹੈ, ਜਿਹੜਾ ਮਸੀਤ ਵਿੱਚ ਬਾਂਗ ਦਿੰਦਾ ਹੈ, ਉਹਨੂੰ ਨਹੀਂ ਆਖਿਆ। ਹੁਣ ਜੇ ਇੱਥੇ ਆਪਾਂ ਬਾਣੀ ਪੜ੍ਹਦੇ ਹੋਈਏ ਤੇ ਇੱਥੇ ਕਿਹੜਾ ਮੁੱਲਾ ਬੈਠਾ ਹੋਇਆ, ਇੱਥੇ ਕਿਹੜਾ ਕਾਜੀ ਬੈਠਾ ਹੋਇਆ ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿ ਰਹੀ ਹੈ। ਇੱਥੇ ਮੁੱਲਾ ਮਨ ਨੂੰ ਆਖਿਆ। ਮੁੱਲਾ ਮਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ। ਸਾਈਂ ਮਾਲਕ, ਹੇ ਮਨ, ਮੁੱਲਾ, ਮਨ ਰੂਪੀ ਮੁੱਲਾ, ਤੂੰ ਕੀ ਰੌਲੀ ਪਾਈ ਹੋਈ ਹੋ?
ਕੀ ਉੱਚੀ ਉੱਚੀ ਕੋਖਦਾ ਏ। ਉਹ ਜਿਹੜਾ ਤੇਰਾ ਸਾਈਂ ਹੈ, ਉਹ ਮਾਲਕ ਹੈ ਨਾ, ਉਹ ਬੈਰਾ ਨਹੀਂ ਹੈਗਾ। ਬੰਦਾ ਤੇ ਬੈਰਾ ਹੋ ਸਕਦਾ ਹੈ, ਬੰਦਾ ਤੇ ਬੋਲਾ ਹੋ ਸਕਦਾ ਹੈ। ਉਹਦੇ ਤੇ ਕਈਆਂ ਦੇ ਜਨਮਾਂਦਰੂਆਂ ਦੇ ਕੰਨਾਂ ਚੋਂ ਆਵਾਜ਼ ਨਹੀਂ ਆਉਂਦੀ, ਕਈਆਂ ਦੀ ਸੁੰਘਣ ਸ਼ਕਤੀ ਨਹੀਂ ਹੁੰਦੀ, ਜਨਮ ਤੋਂ ਹੀ ਉਹਨਾਂ ਦੀ ਸੁੰਘਣ ਸ਼ਕਤੀ ਨਹੀਂ ਹੁੰਦੀ। ਕਈ ਜਨਮ ਤੋਂ ਹੀ ਗੂੰਗੇ ਹੁੰਦੇ ਨੇ, ਕਈ ਜਨਮ ਤੋਂ ਹੀ ਬੋਲੇ ਹੁੰਦੇ ਨੇ। ਪਰ ਮਨਾ, ਉਹ ਰੱਬ ਬੋਲਾ ਨਹੀਂ ਹੈ ਜਿਹਨੂੰ ਤੂੰ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਦੱਸਦਾ ਹੈ, ਲੋਕਾਂ ਦੇ ਸਾਹਮਣੇ ਦੱਸਦਾ ਹੈ। ਕਈ ਲੋਕ ਵਿਖਾਵਾ ਕਰਦੇ ਨੇ, ਬਈ ਵੇਖੋ ਜੀ ਮੈਂ ਕਿੰਨੀ ਬੰਦਗੀ ਕਰਦਾ ਵਾਂ। ਉਹ ਸਿਰਫ ਦੂਸਰਿਆਂ ਦੀ ਘਟਿਆ ਅੱਖਾਂ ਵਿੱਚ ਘਟਾ ਪਾ ਰਹੇ ਨੇ, ਆਪਣੇ ਮਨ ਦੇ ਲਈ ਕੁਝ ਨਹੀਂ ਕਰ ਰਹੇ, ਆਪਣੇ ਆਪ ਵਾਸਤੇ ਕੁਝ ਨਹੀਂ ਕਰ ਰਹੇ। ਇੱਥੇ ਮਨ ਨੂੰ ਕਿਹਾ, ਸਾਈਂ ਨਾ ਬਹਿਰਾ ਹੋਏ ਮੁੱਲਾ, ਮੁਨਾਰੇ ਕਿਆ ਚੜੇ ਸਾਈਂ ਨਾ ਬਹਿਰਾ ਹੋਏ। ਹੇ ਭਾਈ ਮਨ ਰੂਪੀ ਮੁੱਲਾ, ਉਹ ਜਿਹੜਾ ਸਾਈਂ ਬਹਿਰਾ ਨਹੀਂ ਹੈ, ਉਹ ਬੋਲਾ ਨਹੀਂ ਹੈ। ਤੇ ਜੇ ਬੋਲਾ ਨਹੀਂ ਹੈ ਤੇ ਫਿਰ ਤੇਰੀ ਆਵਾਜ਼ ਕਿਉਂ ਨਹੀਂ ਸੁਣਦਾ? ਜਾਂ ਫਿਰ ਤੇਰੇ ਵਿੱਚ ਕਮੀ ਹੈ? ਉਹਦੇ ਵਿੱਚ ਤੇ ਕਮੀ ਹੋ ਨਹੀਂ ਸਕਦੀ। ਉਹ ਤੇ ਬੋਲਾ ਹੈ ਹੀ ਨਹੀਂ, ਉਹ ਤੇ ਬਹਿਰਾ ਹੈ ਹੀ ਨਹੀਂ ਹੈ, ਉਹ ਤੇ ਤੇਰੀ ਆਵਾਜ਼ ਸੁਣਦਾ। ਇਹਦਾ ਮਤਲਬ ਕਿ ਤੇਰੇ ਵਿੱਚ ਕਮੀ ਹੈ, ਤੂੰ ਉਹਨੂੰ ਉੱਥੋਂ ਤੱਕ ਆਵਾਜ਼ ਤੇਰੀ ਜਿਹੜੀ ਜਾ ਨਹੀਂ ਰਹੀ। ਹੁਣ ਇੱਕ ਹੋਰ ਉਦਾਹਰਣ ਦੇਈ। ਟੁੱਟੇਂਦੀਏ ਸੁਹਾਗ ਕੋ ਤਉ ਤਨ ਕਾਈ ਕੋਰ। ਕੋਰ ਦਾ ਅਰਥ ਕਰਾਂਗੇ ਕਸਰ। ਪਤੀ ਬ੍ਰਤਾ ਇਸਤਰੀ ਜਿਹੜੀ ਹੈ, ਉਹ ਆਪਣੇ ਪਤੀ ਬ੍ਰਤਾ ਸੁਹਾਗ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ, ਆਪਣੇ ਆਪ ਨੂੰ ਅਖਵਾਉਣਾ ਚਾਹੁੰਦੀ ਹੈ ਕਿ ਹਰ ਕੋਈ ਮੈਨੂੰ ਇਹ ਕਵੇ ਕਿ ਇਹ ਇਸਤਰੀ ਬੜੀ ਚੰਗੀ ਹੈ, ਸ਼ਲਾਘ ਹੈ, ਸੁਚੱਜੀ ਹੈ, ਇਹ ਪਤੀ ਬ੍ਰਤਾ ਹੈ। ਪਰ ਪਤੀ ਬ੍ਰਤਾ ਵਾਲੇ ਉਹਦੇ ਵਿੱਚ ਕੰਮ ਕੋਈ ਵੀ ਨਹੀਂ ਹੈਗਾ। ਪਤੀ ਬ੍ਰਤਾ ਵਾਲੇ ਲੱਛਣ ਉਹਦੇ ਕੋਈ ਵੀ ਨਹੀਂ ਹੈ, ਪਰ ਕਹਿਲਾਉਣਾ ਚਾਹੁੰਦੀ ਹੈ ਕਿ ਮੈਨੂੰ ਹਰ ਕੋਈ ਪਤੀ ਬ੍ਰਤਾ ਆਖੇ, ਛੁੱਟੜ ਕੋਈ ਵੀ ਨਾ ਆਖੇ। ਇੱਥੇ ਮੇਲ ਫੀਮੇਲ ਦੀ ਗੱਲ ਨਹੀਂ, ਇੱਥੇ ਇਸ ਜਿੰਦੜੀ ਦੀ ਗੱਲ ਹੈ। ਇੱਥੇ ਉਦਾਹਰਣ ਜ਼ਰੂਰ ਦਿੱਤਾ ਹੈ, ਕਹਿੰਦੇ ਆ ਢੂੰਢੇਂਦੀਏ ਸੁਹਾਗ ਕੋ ਤਉ ਤਨ ਕਾਈ ਕੋਰ। ਜਿਨ੍ਹਾਂ ਨਾਉ ਸੁਹਾਗਣੀ। ਜੇ ਤੂੰ ਸੁਹਾਗਣ ਬਣਨਾ ਚਾਹੁੰਦੀ ਹੈ, ਪਤੀ ਬ੍ਰਤਾ ਕਹਿਣਾ ਬਣਨਾ ਚਾਹੁੰਦੀ ਹੈ, ਪਰ ਤੈਨੂੰ ਪਤੀ ਦਾ ਪਿਆਰ ਨਹੀਂ ਮਿਲਿਆ, ਤੇ ਇਹ ਸਮਝ ਲਈ ਕੋਈ ਨਾ ਕੋਈ ਤੇਰੇ ਵਿੱਚ ਕਮੀ ਹੋ ਸਕਦੀ ਹੈ। ਆਪਾਂ ਗੁਰਦੁਆਰੇ ਆਉਂਦੇ ਹਾਂ ਨਾ, ਕਈ ਵਾਰੀ ਕਹਿੰਦੇ ਆ ਮਨ ਨਹੀਂ ਜੁੜਦਾ, ਬਾਣੀ ਪੜ੍ਹਦੇ ਹਾਂ, ਗੁਰਦੁਆਰੇ ਆਉਂਦੇ ਹਾਂ, ਸਿਮਰਨ ਵੀ ਕਰਦੇ ਹਾਂ, ਪਰ ਗੱਲ ਨਹੀਂ ਬਣਦੀ, ਮਨ ਜੁੜਦਾ ਨਹੀਂ ਹੈ। ਧਿਆਨ ਦਿਆ ਜੇ, ਜਦੋਂ ਕੋਈ ਕਿਸੇ ਕੰਮ ਵਿੱਚ ਅਸਫਲ ਹੋ ਜਾਵੇ ਨਾ, ਉਹ ਬੈਠ ਕੇ ਫਿਰ ਡਿਸਕਸ਼ਨ ਕਰਦੇ ਨੇ, ਬੈਠ ਕੇ ਉਹਦੇ ਉੱਤੇ ਵਿਚਾਰ ਕਰਦੇ ਨੇ ਵੀ ਆਪਣੇ ਇਹ ਕੰਮ ਸਿਰੇ ਨਹੀਂ ਚੜਿਆ, ਕਮੀ ਕਿੱਥੇ ਰਹਿ ਗਈ? ਇਹ ਕੰਮ ਆਪਣੇ ਕੋਲ ਸਿਰੇ ਨਹੀਂ ਚੜਿਆ, ਕਮੀ ਕਿੱਥੇ ਰਹਿ ਗਈ? ਮੈਂ ਇਹ ਗੱਲ ਕਹਾਂ, ਗੁਰੂ ਮੇਰਾ ਸਾਹਿਬ ਜੀ ਕਹਿੰਦੇ ਨੇ, ਬੰਦਿਆ ਜਦੋਂ ਤੇਰਾ ਮਨ ਨਾ ਜੁੜੇ ਸਿਮਰਨ ਵਿੱਚ, ਬਾਣੀ ਪੜ੍ਹਨ ਦੇ ਵਿੱਚ, ਤੇ ਫਿਰ ਇਹ ਵੇਖਿਆ ਕਰ ਵੀ ਕਮੀ ਕਿੱਥੇ ਕਰਕੇ ਹੈ। ਗੁਰੂ ਵਿੱਚ ਤੇ ਕਮੀ ਹੈ ਨਹੀਂ, ਮੇਰੇ ਵਿੱਚ ਕਮੀ ਕਿੱਥੇ ਰਹਿ ਗਈ? ਮੇਰਾ ਬਾਪੂ ਕਹਿੰਦਾ ਹੈ, ਤਉ ਤਨ ਕੋ ਕਾਈ ਕੋਰ। ਤੇਰੇ ਅੰਦਰ ਕੋਈ ਨਾ ਕੋਈ ਜ਼ਰੂਰ ਕਸਰ ਹੈ। ਜਿਨ੍ਹਾਂ ਨਾਉ ਸੁਹਾਗਣੀ, ਤਿਨਾ ਝਾਖ ਨਾ ਹੋਰ ਕਸਰ ਆਏ। ਜਿਹੜੀ ਪਤੀ ਬ੍ਰਤਾ ਅਖਵਾਉਂਦੀਆਂ ਨੇ, ਉਹ ਇੱਧਰ ਉੱਧਰ ਝਾਖ ਨਹੀਂ ਰੱਖਦੀਆਂ। ਜੇ ਜਗਿਆਸੂ ਜੀਵ ਇਸਤਰੀਏ, ਜੇ ਤੂੰ ਗੁਰੂ ਦੀ ਖੁਸ਼ੀ ਚਾਹੁੰਦਾ ਹੈ ਤੇ ਤੇਰੇ ਅੰਦਰ ਕਮੀ ਆਏ, ਤੂੰ ਜਾਂਦਿਆਂ ਕਬਰ ਤੇ ਵੀ ਮੱਥਾ ਟੇਕ ਆਉਣਾ ਹੈ, ਤੂੰ ਜਾਂਦਿਆਂ ਸਿਆਣਿਆਂ ਨੂੰ ਵੀ ਹੱਥ ਵਿਖਾਉਂਦਾ ਫਿਰਦਾ ਹੈ, ਤੂੰ ਜਾ ਕੇ ਲੋਕਾਂ ਦੇ ਪੈਰਾਂ ਦੇ ਵਿੱਚ ਵੀ ਇਸ ਸਿਰ ਨੂੰ ਜਾ ਕੇ ਰੱਖ ਦੇਣਾ ਹੈ, ਵਿਅਕਤੀਆਂ ਦੇ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਆ ਕੇ ਸਿਰ ਰੱਖ ਦੇਣਾ ਹੈ। ਕਮੀ ਆ ਹੈ। ਹੁਣ ਪਤੀ ਬ੍ਰਤਾ ਇਸਤਰੀ ਆਪਣੇ ਪਤੀ ਦਾ ਪਿਆਰ ਚਾਹੁੰਦੀ ਹੈ, ਤੇ ਉਹ ਕਹਿੰਦਾ ਹੈ ਮੇਰੇ ਤੋਂ ਬਗੈਰ ਹੋਰ ਪਾਸੇ ਕਿਸੇ ਪਾਸੇ ਨਾ ਤੁਰੀ ਫਿਰੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਬੰਦਿਆ ਜੇ ਗੁਰੂ ਗ੍ਰੰਥ ਸਾਹਿਬ ਦੇ ਉਸ ਪਰਮਾਤਮਾ ਦੇ ਦਰ ਤੇ ਜੁੜਨਾ ਹੀ, ਫਿਰ ਕਬਰਾਂ ਦਾ ਖਹਿੜਾ ਛੱਡ ਦੇ, ਫਿਰ ਵਿਅਕਤੀਆਂ ਦਾ ਖਹਿੜਾ ਛੱਡ ਦੇ, ਸਿਆਣਿਆਂ ਨੂੰ ਹੱਥ ਵਿਖਾਉਣੇ, ਧਾਗੇ ਮੌਲੀਆਂ ਬੰਨਣੇ ਛੱਡ ਦੇ, ਧਾਗਿਆਂ ਦਾ ਸਹਾਰਾ ਛੱਡ। ਜੇ ਰੱਬ ਦਾ ਸਹਾਰਾ ਲੈ ਲਿਆ, ਫਿਰ ਹੋਰਾਂ ਦੇ ਸਹਾਰੇ ਨਾ ਲੈ। ਤੇ ਜਿਹੜਾ ਦਰ ਦਾ ਸਹਾਰਾ ਤੱਕਦਾ ਫਿਰੇ, ਇਸਤਰੀ ਕਦੀ ਉਹਨੂੰ ਆਖੇ ਮੇਰਾ ਮਾਲਕ ਹੈ, ਕਦੀ ਉਹਨੂੰ ਆਖੇ ਮੇਰਾ ਮਾਲਕ ਹੈ, ਤੇ ਲੋਕੀ ਜਿਹੜੇ ਵੇਖਣ ਵਾਲੇ ਆਖਣਗੇ ਤਰਕਾਰ ਹੈ ਤੇਰੇ, ਕਿੰਨੇ ਕੁ ਮਾਲਕ ਹੈਗੇ ਨੇ, ਕਿੰਨਿਆਂ ਕੁ ਨਾਲ ਤੋਂ ਲਾਈ ਫਿਰਦੀ ਹੈ। ਮੇਰੇ ਬਾਪੂ ਨੇ ਕਿਹਾ, ਬੰਦਿਆਂ ਇੱਕ ਨਾਲ ਲਾ, ਇੱਕ ਪ੍ਰਮਾਤਮਾ ਦੇ ਨਾਲ ਲਾ ਕੇ ਵੇਖ ਕਿ ਤੇਰਾ ਜਿਹੜਾ ਜਨਮ ਸਫਲਾ ਹੋ ਜਾਏਗਾ, ਉਹ ਸਮਾਂ ਸਫਲਾ ਹੋ ਜਾਏਗਾ। ਧਿਆਨ ਦਿਆ ਜੇ, ਮੈਂ ਇਹ ਸ਼ਬਦ ਨੂੰ ਪੜ੍ਹ ਰਿਹਾ ਸੀ, ਇਹ ਸ਼ਬਦ ਦੇ ਮੈਂ ਅਰਥ ਕਲੀਅਰ ਕਰਨਾ ਚਾਹ ਰਿਹਾ। ਉਹ ਬੇਲਾ ਕੋ ਉਸ ਵੇਲੇ ਤੋਂ ਹਾਂ ਬਲ ਜਾਉ, ਮੈਂ ਉਸ ਵੇਲੇ ਤੋਂ ਸਦਕੇ ਜਾਵਾਂ, ਉਸ ਵੇਲੇ ਤੋਂ ਕੁਰਬਾਨ ਜਾਵਾਂ।
ਉਹ ਵੇਲਾ ਹੱਥ ਨਾ ਆਵਈ। ਇੱਥੇ ਰੁਕੀਏ ਫਿਰ। ਉਹ ਵੇਲਾ ਹੱਥ ਨਾ ਆਵਈ, ਫਿਰ ਸਤਿਗੁਰ ਲੱਗੈ ਪਾਏ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਵੇਲਾ ਮੁੜ ਕੇ ਤੇਰੇ ਹੱਥ ਨਹੀਂ ਆਉਣਾ। ਜੇ ਇਹ ਵੇਲਾ, ਕਿਹੜਾ ਵੇਲਾ ਨਹੀਂ ਹੱਥ ਆਉਣਾ ਜੀ? ਇਹ ਵੇਲਾ ਤੋਂ ਭਾਵ ਹੈ ਮਨੁੱਖਾ ਜਨਮ। ਇਹ ਤੇਰਾ ਜਿਹੜਾ ਮਨੁੱਖਾ ਜਨਮ ਹੈ ਤੈਨੂੰ ਮੁੜ ਕੇ ਨਹੀਂ ਮਿਲਣਾ, ਇਹ ਤੇਰੇ ਹੱਥ ਨਹੀਂ ਆਉਣਾ। ਇਸ ਵੇਲੇ ਨੂੰ, ਇਸ ਮਨੁੱਖਾ ਜਨਮ ਨੂੰ ਐਵੇਂ ਨਾ ਗਵਾਈ ਜਾ, ਕਰਤੂਤਾਂ ਪਸ਼ੂਆਂ ਵਾਲੀਆਂ ਨਾ ਕਰ। ਮੇਰਾ ਪਾਤਸ਼ਾਹ ਜੀ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ। ਮਨੁੱਖਾਂ ਵਾਲਾ ਜਨਮ ਲੈ ਕੇ ਫਿਰ ਮੁੜ ਮੁੜ ਕੇ ਕਰਤੂਤਾਂ ਪਸ਼ੂਆਂ ਵਾਲੀਆਂ ਕਰਦਾ ਏ। ਬੰਦਿਆ ਤੈਨੂੰ ਤੇ ਬੰਦਾ ਬਣਾਇਆ ਸੀ, ਤੇ ਬੰਦਾ ਬਣਾ ਕੇ ਤੈਨੂੰ ਇਹ ਗੱਲ ਕਹੀ ਕਰ ਬੰਦੇ ਤੂੰ ਬੰਦਗੀ। ਬੰਦੇ ਨੂੰ ਕਿਹਾ ਬੰਦਿਆ ਤੂੰ ਬੰਦਿਆਂ ਵਾਲੇ ਕੰਮ ਕਰ। ਕਦੀ ਗੁਰੂ ਬਾਣੀ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ। ਇੱਕ ਓਂਕਾਰ ਤੋਂ ਲੈ ਕੇ 18 ਤੱਕ 20 ਤੱਕ ਪੜ੍ਹ ਕੇ ਵੇਖੋ, ਕਿਧਰੇ ਵੀ ਨਹੀਂ ਕਿਸੇ ਜਾਨਵਰ ਨੂੰ ਨਹੀਂ ਲਿਖਿਆ ਵੀ ਪਸ਼ੂਆ ਤੂੰ ਪਸ਼ੂਆਂ ਵਾਲੇ ਕੰਮ ਕਰ। ਕਿਸੇ ਨੂੰ ਨਹੀਂ। ਇੱਕ ਕੁੱਕਰ ਜਿਹੜਾ ਹੈ ਕਦੀ ਉਹਨੂੰ ਨਹੀਂ ਆਖਿਆ ਵੀ ਜਿਹੜਾ ਘਰ ਅਸੀਂ ਕੁੱਤਾ ਡੌਗ ਰੱਖਦੇ ਆ ਉਹਨੂੰ ਕਿਸੇ ਨਹੀਂ ਆਖਿਆ। ਨਹੀਂ, ਮਾਲਕ ਵੀ ਨਹੀਂ ਕਹਿੰਦਾ ਵੀ ਤੂੰ ਕੁੱਤਾ ਹੈ ਤੇ ਕੁੱਤਿਆਂ ਵਾਲੇ ਕੰਮ ਕਰ। ਪਰ ਬੰਦੇ ਨੂੰ ਜ਼ਰੂਰ ਗੁਰੂ ਨੇ ਕਿਹਾ ਬੰਦਿਆ ਤੂੰ ਬੰਦਿਆਂ ਵਾਲੇ ਕੰਮ ਕਰ, ਕਿਉਂਕਿ ਬੰਦਾ ਬੰਦਿਆਂ ਵਾਲੇ ਕੰਮ ਨਹੀਂ ਕਰਦਾ। ਪਸ਼ੂ ਨੂੰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਪਸ਼ੂ ਵੇਲੇ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ। ਪਸ਼ੂ ਜਿਹੜਾ ਹੈ ਉਹ ਤੇ ਚੰਗਾ ਹੈ, ਉਹ ਮੈਲੇ ਕਛਾਲੇ ਪੱਠੇ ਖਾ ਕੇ ਗਨੇਰੀਆਂ ਪਾ ਦਿਓ, ਗੰਨੇ ਦੀਆਂ ਪਾ ਦਿਓ, ਪਰਾਲੇ ਪਾ ਦਿਓ, ਜੋ ਮਰਜੀ ਅੱਗੇ ਪਾ ਦਿਓ, ਜਿਵੇਂ ਮਰਜੀ ਸੁੱਕਾ ਗਿੱਲਾ ਪਾ ਦਿਓ, ਉਹ ਪੱਠੇ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦਾ ਹੈ। ਪਰ ਬੰਦਾ ਕੀ ਕਰਦਾ? ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ, ਤਾਂ ਹੋਵਾ ਪਾਕ ਪਵਿੱਤ। ਪਾਪੀ ਸੋ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਹੁਣ ਇਹ ਗੱਲ ਅਜੇ ਬੰਦੇ ਤੇ ਹੀ ਚੱਲ ਰਹੀ ਹੈ। ਅੰਨ ਦੇਵਤਾ, ਪਾਣੀ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ। ਇਹ ਅੰਨ ਜਿਹੜਾ ਹੈ ਦੇਵਤਾ ਦਾ ਅਰਥ ਹੈ ਦੇਣ ਵਾਲਾ। ਜਿਹੜਾ ਅਸੀਂ ਸਾਨੂੰ ਰੱਬ ਦਿੰਦਾ ਉਹਨੂੰ ਦੇਵਤਾ, ਗੁਰੂ ਦੇਵਤਾ ਕਿਹਾ। ਗੁਰਦੇਵ ਪੜ੍ਹਦੇ ਆ ਨਾ, ਗੁਰਦੇਵ ਮਾਤਾ, ਗੁਰਦੇਵ ਪਿਤਾ। ਗੁਰੂ ਜਿਹੜਾ ਸਾਨੂੰ ਦੇਣ ਵਾਲਾ ਹੈ। ਇੱਥੇ ਅੰਨ ਨੂੰ ਦੇਵਤਾ ਕਿਹਾ, ਜਿਹੜਾ ਸਾਨੂੰ ਖੁਰਾਕ ਮਿਲਦੀ ਹੈ, ਅੰਨ ਦੇਵਤਾ। ਫਿਰ ਕਿਹਾ ਪਾਣੀ ਦੇਵਤਾ, ਲੂਣ। ਇੰਨਾ ਕੁਛ ਬਣਾਇਆ ਹੋਵੇ ਪਰ ਲੂਣ ਨਾ ਪਾਇਆ ਹੋਵੇ ਸਬਜ਼ੀ ਵਿੱਚ ਤੇ ਉਹ ਟੇਸਟ ਨਹੀਂ, ਸਵਾਦ ਨਹੀਂ ਬਣਦਾ ਉਹਦਾ। ਤੇ ਪੰਜਵਾਂ ਘਿਓ ਕਿਰਤ, ਪਾਕ ਪਵਿੱਤਰ ਭੋਜਨ ਬਣ ਗਿਆ। ਪਰ ਜਦੋਂ ਇਹ ਮਨੁੱਖ ਦੇ ਸਪਰਸ਼ ਕੀਤਾ ਬਾਡੀ ਦੇ ਨਾਲ, ਜਦੋਂ ਮਨੁੱਖ ਨੇ ਇਹਨੂੰ ਖਾਧਾ ਫਿਰ ਕੀ ਬਣ ਗਿਆ? ਪਾਪੀ ਸਿਉ ਤਨ ਗੱਡਿਆ। ਜਦੋਂ ਪਾਪੀ ਨੇ ਇਸ ਤਨ ਨੇ ਖਾ ਲਿਆ ਫਿਰ ਕੀ? ਥੁੱਕਾਂ ਪਈਆਂ ਤਿੱਤ, ਤੇ ਫਿਰ ਇਹਨੇ ਗੰਦਾ ਹੋ ਗਿਆ, ਫਿਰ ਉਹ ਥੁੱਕਣ ਯੋਗ ਹੋ ਗਿਆ। ਪਾਪੀ ਤਨ ਦੇ ਨਾਲ ਜਦੋਂ ਸਪਰਸ਼ ਹੋਇਆ, ਇੰਨਾ ਸਵਾਦਲਾ ਭੋਜਨ ਬਣਾਇਆ, ਤਿਆਰ ਕੀਤਾ, ਪਾਕ ਪਵਿੱਤਰ ਸੀ, ਜਿਸ ਨੂੰ ਵੇਖਣ ਨੂੰ ਮਨ ਕਰ ਰਿਹਾ ਸੀ। ਪਰ ਜਦੋਂ ਪਾਪੀ ਤਨ ਦੇ ਨਾਲ ਇਹ ਲੱਗਿਆ, ਸਪਰਸ਼ ਕੀਤਾ, ਤੇ ਥੁੱਕਣ ਯੋਗ ਹੋ ਗਿਆ। ਹੁਣ ਮੇਰੇ ਸਾਹਿਬ ਜੀ ਕਹਿੰਦੇ ਨੇ ਮਨੁੱਖ ਹੈ ਕੀ ਹੈ? ਆ ਵੇਖ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ। ਪਸ਼ੂ ਗਨੇਰੀਆਂ ਮਾੜੇ ਚੰਗੇ ਪੱਠੇ ਖਾ ਕੇ ਅੰਮ੍ਰਿਤਮਈ ਦੁੱਧ ਦਿੰਦਾ ਹੈ, ਪਰ ਤੂੰ ਤੇ ਸੋਹਣਾ ਪਦਾਰਥ ਖਾ ਕੇ ਵੀ ਕਦੀ ਰੱਬ ਦਾ ਸਿਮਰਨ ਨਹੀਂ ਕਰਦਾ ਜਿਹੜਾ ਤੈਨੂੰ ਕੰਮ ਕਰਨਾ ਚਾਹੀਦਾ ਸੀ। ਉਸ ਮਾਲਕ ਦੀ ਇਬਾਦਤ ਨਹੀਂ ਕਰਦਾ। ਮੇਰੇ ਸਾਹਿਬ ਜੀ ਕਹਿੰਦੇ ਨੇ ਬਾਸ਼ਤ ਨਹੀਂ ਸੋ ਵੇਲਾ ਆਏ। ਬਾਸ਼ਤ ਨਹੀਂ, ਵੇਲੇ ਦੀ ਅੱਜ ਆਪਾਂ ਰੁਕੇ ਪਏ ਆ। ਬਾਸ਼ਤ ਨਹੀਂ ਸੋ ਵੇਲਾ ਆਈ। ਜਿਸ ਵੇਲੇ ਨੂੰ ਬੰਦਾ ਪਸੰਦ ਨਹੀਂ ਨਾ ਕਰਦਾ ਉਹ ਵੇਲਾ ਆ ਜਾਂਦਾ ਹੈ। ਕਿਹੜੇ ਵੇਲੇ ਨੂੰ ਪਸੰਦ ਕਰਦਾ? ਕੋਈ ਬੁਢੇਪੇ ਨੂੰ ਪਸੰਦ ਕਰਦਾ। ਇੱਥੇ ਤੇ ਕਾਲੇ ਦਾੜੇ ਤੇ ਵੀ ਕਾਲਾ ਰੰਗ ਕਰੀ ਜਾਂਦੇ ਆ ਵੀ ਹਾਂ ਹੋਰ ਕਾਲਾ ਹੋ ਜਾਵੇ, ਕੋਈ ਕਵੇ ਨਾ ਵੀ ਇਹ ਬਜ਼ੁਰਗ ਹੋ ਗਿਆ। ਤੇ ਜੇ ਇੱਕ ਅੱਧਾ ਕਰੇ ਚਿੱਟਾ ਆ ਜਾਏ ਤੇ ਉਹਨੂੰ ਫੜ ਕੇ ਪੁੱਟ ਕੇ ਪਰਾਂ ਮਾਰਦੇ ਆ ਕਿ ਵੀ ਇਹ ਕੋਈ ਕਿਸੇ ਨੇ ਵੇਖ ਲਿਆ ਤੇ ਕਹੇਗਾ ਵੀ ਇਹਦੇ ਚਿੱਟੇ ਆ ਗਏ ਨੇ। ਕੋਈ ਨਹੀਂ ਬਜ਼ੁਰਗ ਹੋਣਾ ਚਾਹੁੰਦਾ, ਕੋਈ ਨਹੀਂ ਬੁਢੇਪੇ ਵੱਲ ਕੋਈ ਨਹੀਂ ਜਾਣਾ ਚਾਹੁੰਦਾ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਬਾਸ਼ਤ ਨਹੀਂ। ਜਿਹੜੇ ਵੇਲੇ ਨੂੰ ਤੂੰ ਸਮਝਦਾ ਨਾ ਮੇਰੇ ਕੋਲ ਨਾ ਆਵੇ, ਉਹ ਵੇਲਾ ਤੁਰਿਆ ਆਉਂਦਾ ਹੀ। ਕਿ ਆਪਾਂ ਜਿਹੜੀ ਘੜੀ ਆਪਣੇ ਕਮਰੇ ਦੇ ਵਿੱਚ ਲੱਗੀ ਹੈ ਉਹਨੂੰ ਫੜ ਕੇ ਰੋਕ ਦਈਏ, ਬੰਦ ਕਰ ਦਈਏ ਤੇ ਵੇਲਾ ਰੁਕ ਜਾਏਗਾ? ਫਿਰ
कि दिन रुक जाएगा, समा रुक जाएगा भी ਆਪਾਂ ਜਿਹੜੀ ਘੜੀ ਆਪਣੇ ਕੋਲ ਹੈਗੀ ਹੈ ਇਹਨੂੰ ਬੰਦ ਕਰ ਦਿੰਦੇ ਆ ਜੀ, ਸਮਾਂ ਰੁਕ ਗਿਆ ਸਮਝ ਲਓ। ਸਾਡੇ ਸਮਾਂ ਰੋਕਿਆ ਨਹੀਂ ਰੁਕਣਾ, ਸਾਡੇ ਇਸ ਘੜੀ ਨੂੰ ਰੋਕਿਆ ਨਹੀਂ ਰੁਕਣਾ, ਇਹਨੇ ਤੇ ਚੱਲਦਾ ਹੀ ਰਹਿਣਾ ਹੈ। ਬੰਦਿਆ ਤੂੰ ਭਾਵੇਂ ਜੋ ਮਰਜ਼ੀ ਕਰ, ਜੇ ਬੜੇਪਾ ਆਉਣਾ ਹੈ ਤੇ ਇਹਨੇ ਤੇ ਆ ਹੀ ਜਾਣਾ ਹੈ, ਕਿਉਂਕਿ ਇਹ ਸਮਾਂ ਹੈ, ਇਹ ਸਮਾਂ ਤੁਰਦਾ ਜਾ ਰਿਹਾ ਹੈ, ਇਹ ਸਮਾਂ ਬੀਤਦਾ ਜਾ ਰਿਹਾ ਹੈ ਤੇ ਸਮੇਂ ਦੇ ਨਾਲ ਬੰਦਿਆ ਤੂੰ ਵੀ ਬੀਤਦਾ ਜਾ ਰਿਹਾ। ਮੇਰੇ ਸਾਹਿਬ ਜੀ ਵਾਰ-ਵਾਰ ਸਾਨੂੰ ਇਹੋ ਹੀ ਸਮਝਾ ਰਹੇ ਨੇ, ਬਾਂਸ਼ਤ ਨਹੀਂ ਸੋ ਬੇਲਾ ਆਈ। ਫਿਰ ਜੀ ਸਿਮਰਨ ਕਰ ਤੇ ਪੁੱਛੀਏ ਬਾਪੂ ਕਿਵੇਂ ਕਰੀਏ, ਧਿਆਨ ਦਿਆ। ਜੇ ਵੇਲਾ ਵਕਤ ਵਿਚਾਰੀਐ, ਬੰਦਾ ਵੇਲਾ ਹੀ ਵਿਚਾਰਦਾ ਰਹਿੰਦਾ ਵੀ ਅਜੇ ਤੇ ਲੈ ਵੀ ਜਵਾਨੀ ਦਾ ਉਮਰ ਹੈ, ਅਜੇ ਤੇ ਖਾਣ ਪੀਣ ਐਸ਼ੋ ਇਸ਼ਰਤ ਦੀ ਉਮਰ ਹੈਗੀ ਹੈ, ਅਜੇ ਅੰਮ੍ਰਿਤ ਕੀ ਛਕਣਾ ਹੈ ਜੀ, ਗੁਰੂ ਵਾਲੇ ਕੀ ਬਣਨਾ ਹੈ, ਹੁਣੇ ਹੀ ਇਸ ਗਲ ਦੇ ਵਿੱਚ ਜੰਜਾਲ ਪਾ ਲਈਏ, ਹੈ ਨਾ ਜੀ, ਜੰਜਾਲ ਹੀ ਕਹਿੰਦੇ ਨੇ। ਪਰ ਜਨ ਜਾਲ, ਬੰਦਾ ਜਨ ਕਹਿੰਦੇ ਨੇ ਮਨੁੱਖ ਨੂੰ, ਇਹ ਜਾਲ ਕਿਹੜਾ ਹੈ, ਜਿਹੜਾ ਜਾਲ ਹੈ ਉਹਨੂੰ ਜਾਲ ਸਮਝਦਾ ਨਹੀਂ, ਤੇ ਜਿਹੜਾ ਜਾਲ ਨਹੀਂ ਹੈ, ਜਿਹੜਾ ਜਾਲ ਦੇ ਵਿੱਚੋਂ ਕੱਢਦਾ ਹੈ ਉਹਨੂੰ ਮਨੁੱਖ ਜਾਲ ਸਮਝੀ ਬੈਠਾ ਹੈ। ਜਨ ਮਨੁੱਖ, ਜੀਵ ਤੇ ਜਾਲ, ਜਿਹਨੂੰ ਅਸੀਂ ਜੰਜਾਲ ਸਿੱਧਾ ਜਿਹਾ ਕਹਿੰਦੇ ਨੇ, ਜੰਜਾਲ। ਜਨ ਜੀਵ ਕਰ ਦਿਓ ਤੇ ਜਾਲ ਵੱਖਰਾ ਕਰ ਦਿਓ। ਜਿਵੇਂ ਇੱਕ ਜੀਵ ਪਸ਼ੂ ਪੰਛੀ ਜਿਹੜੇ ਨੇ ਉਹ ਜਾਲ ਦੇ ਵਿੱਚ ਫਸ ਜਾਣ, ਕਿਉਂਕਿ ਉਹ ਤੇ ਬੇਸਮਝ ਨੇ। ਪੰਛੀਆਂ ਨੂੰ ਜਦੋਂ ਕਾਬੂ ਕਰਨਾ ਹੁੰਦਾ ਹੈ ਨਾ ਤੇ ਉਹਨੂੰ ਜਾਲ 'ਚ ਫਸਾ ਲਿਆ ਜਾਂਦਾ। ਜਾਲ 'ਚ ਫਸਾਉਣ ਦੇ ਲਈ ਪਤਾ ਕੀ ਕਰਦਾ, ਜਿਹੜਾ ਫਸਾਉਣ ਵਾਲਾ ਹੁੰਦਾ ਜਾਲ 'ਚ, ਉਹ ਵੇਖਦਾ ਹੈ ਵੀ ਤੋਤੇ ਉੱਡ ਰਹੇ ਹੋਣ ਤੇ ਉਹ ਜਾਲ ਚੋਗਾ ਵਿਛਾ ਦਿੰਦਾ, ਚੋਗਾ ਪਾ ਦਿੰਦਾ, ਤੇ ਜਿੱਥੇ ਚੋਗਾ ਪਿਆ ਹੋਵੇ ਉੱਥੇ ਪੰਛੀ ਆ ਕੇ ਬਹਿ ਜਾਂਦੇ। ਨਿੱਕੀ ਜੀ ਗੱਲ ਕਹਿ ਦਿਆਵਾਂ, ਕਲੀਅਰ ਹੋ ਜਾਵੇ। ਕਿਸੇ ਨੇ ਤੋਤੇ ਨੂੰ ਇਹ ਨਾ ਸਮਝਾ ਦਿੱਤਾ ਵੀ ਤੋਤੇ ਨੂੰ ਇਹ ਪੜ੍ਹਾਇਆ ਗਿਆ, ਤੋਤਾ ਜਿਵੇਂ ਪੜ੍ਹਾਈਏ ਉਵੇਂ ਕਹਿੰਦੇ ਨੇ ਬੋਲਣ ਲੱਗ ਪੈਂਦਾ ਵੀ ਸ਼ਿਕਾਰੀ ਆਵੇਗਾ ਦਾਣਾ ਪਾਵੇਗਾ ਜਾਲ ਵਿੱਚ ਫਸਣਾ ਨਹੀਂ। ਉਹਨੇ ਪੜ੍ਹਾਇਆ, ਉਹ ਪੜ੍ਹ ਗਿਆ, ਬੋਲਣ ਲੱਗ ਪਿਆ। ਉਹਨੇ ਕਿਹਾ ਵੀ ਹੁਣ ਬੜਾ ਸਿਆਣਾ ਹੋ ਗਿਆ ਹੈ। ਉਹਨੇ ਬਹੁਤ ਸਾਰਿਆਂ ਦਾ ਆਗੂ ਬਣਾ ਕੇ ਨਾ ਉਡਾ ਦਿੱਤਾ। ਸਾਰੇ ਉਹਦੇ ਮਗਰ ਇੱਕ ਆਗੂ ਦੇ ਬੋਲਣ ਕਹਿਣ ਬਈ, ਉਹ ਕਹਵੇ ਤੋਤਾ ਕਹਵੇ ਅਗਲਾ ਵੀ ਸ਼ਿਕਾਰੀ ਆਵੇਗਾ ਦਾਣਾ ਪਾਵੇਗਾ ਜਾਲ ਵਿੱਚ ਫਸਣਾ ਨਹੀਂ, ਸਾਰੇ ਉਹਦੇ ਮਗਰ ਬੋਲੀ ਜਾਣ। ਸ਼ਿਕਾਰੀ ਨੇ ਵੇਖਿਆ ਬੜੇ ਸਿਆਣੇ ਤੋਤੇ ਨੇ ਇਹਦੇ ਵਿੱਚ, ਕਿਸੇ ਨੇ ਚੰਗੇ ਪੜ੍ਹਾਏ ਨੇ। ਉਹਨੇ ਕਿਹਾ ਚਲੋ ਦਾਣੇ ਪਾ ਦਿੰਦੇ ਆ, ਵੇਖੀ ਜਾਏਗੀ। ਦਾਣੇ ਪਾ ਦਿੱਤੇ, ਉਹ ਆ ਕੇ ਚੁਗਣ ਲੱਗ ਪਏ। ਫਿਰ ਚੁਗਦਿਆਂ ਵੀ ਆਖੀ ਜਾਣ ਵੀ ਸ਼ਿਕਾਰੀ ਆਵੇਗਾ ਦਾਣਾ ਪਾਵੇਗਾ ਜਾਲ ਵਿੱਚ ਫਸਣਾ ਨਹੀਂ। ਉਹਨੇ ਕਿਹਾ ਵੀ ਚੁਗਦਿਆਂ ਵੀ ਆਖੀ ਜਾਂਦੇ ਨੇ, ਚਲ ਕੋਈ ਨਹੀਂ ਜਾਲ ਪਾ ਦਿੰਦੇ ਆ, ਵੇਖਣਗੇ ਫਸ ਗਏ ਤੇ ਠੀਕ ਹੈ, ਤੇ ਨਿਤ ਨਾ ਸੀ। ਉਹਨੇ ਜਾਲ ਪਾ ਦਿੱਤਾ, ਜਾਲ 'ਚ ਸਾਰੇ ਫਸ ਗਏ, ਇੱਕ ਵੀ ਨਾ ਉੱਡਿਆ। ਸਾਰੇ ਫਸ ਗਏ, ਕੋਈ ਉੱਡ ਨਾ ਸਕਿਆ ਕਿ ਉਹਨਾਂ ਨੂੰ ਖਾਲੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਅਸੀਂ ਕਹਿ ਕੀ ਰਹੇ ਹਾਂ। ਸਾਰੇ ਫਸੇ ਹੋਏ ਤੇ ਜਾਲ 'ਚ ਫਸੇ ਹੋਏ ਵੀ ਕਹੀ ਜਾ ਰਹੇ ਨੇ ਸ਼ਿਕਾਰੀ ਆਵੇਗਾ ਦਾਣਾ ਪਾਵੇਗਾ ਜਾਲ 'ਚ ਫਸਣਾ ਨਹੀਂ। ਮੇਰੇ ਸਾਹਿਬ ਜੀ ਕਹਿੰਦੇ ਨੇ, ਬੰਦਿਆ ਤੂੰ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਵੀ ਇਹੋ ਹੀ ਕਹਿ ਰਿਹਾ ਹੈ ਕਿ ਜਾਲ ਵਿੱਚ ਫਸਣਾ ਨਹੀਂ, ਮੈਂ ਫਸਿਆ ਨਹੀਂ। ਲੋਕਾਂ ਨੂੰ ਤੂੰ ਦੱਸਣਾ ਚਾਹੁੰਦਾ ਹੈ ਕਿ ਇਸ ਜਾਲ ਵਿੱਚੋਂ ਮੈਂ ਨਿਕਲਿਆ ਹੋਇਆ, ਪਰ ਸਾਰੇ ਹੀ ਜਾਲ ਵਿੱਚ ਫਸੇ ਹੋਏ ਹੋ। ਮੇਰੇ ਗੁਰੂ ਨਾਨਕ ਕਹਿੰਦਾ ਤੁਸੀਂ ਸਾਰੇ ਹੀ ਬੰਦੇ ਹੋ ਜਾਲ ਦੇ ਵਿੱਚ, ਜੀਵ ਫਸਿਆ ਹੋਇਆ ਹੈ। ਪਰ ਗੱਲ ਕੀ ਹੈ, ਸਾਰਿਆਂ ਨੂੰ ਇਹ ਕਹੀ ਜਾਣਾ ਹੈ ਜਿਵੇਂ ਇੱਕ ਤੋਤਾ ਰਟਣ ਲਾਇਆ ਹੈ। ਤੋਤਾ ਕਹਿੰਦਾ ਸ਼ਿਕਾਰੀ ਆਵੇਗਾ ਦਾਣਾ ਪਾਵੇਗਾ ਜਾਲ 'ਚ ਫਸਣਾ ਨਹੀਂ। ਮੇਰੇ ਸਾਹਿਬ ਜੀ ਕਹਿੰਦੇ ਨੇ ਜਾਲ ਵਿੱਚ ਫਸਿਆ ਪਿਆ ਹੈ ਤੇ ਅਨੁਮਾਨ ਇਹ ਲਾਉਂਦਾ ਰਹਿਣਾ ਹੈ। ਹੁਣ ਬਚਪਨਾ ਸੀ, ਬਚਪਨਾ ਖੇਡਣ ਵਿੱਚ ਨਿਕਲ ਗਿਆ, ਜੋਬਨ ਵਿਸ਼ਿਆਂ ਤੇ ਵਿਕਾਰਾਂ ਦੇ ਵਿੱਚ ਨਿਕਲ ਗਿਆ। ਹੁਣ ਜੋਬਨ ਤੋਂ ਅੱਗੇ ਆਇਆ 40-45ਵਾਂ ਸਾਲ ਲੱਗ ਗਿਆ ਤੇ ਹੁਣ ਧਨ ਇਕੱਠਾ ਕਰਨ ਦਾ ਲੱਗ ਗਿਆ, ਤੇ ਅੱਗੇ ਥੋੜਾ ਜਿਹਾ ਸਮਾਂ ਰਹਿ ਗਿਆ ਤੇ ਬੜੇਪਾ ਆ ਗਿਆ। ਹੁਣ ਬੜੇਪੇ ਵਿੱਚ ਤੇ ਸਿਮਰਨ ਬੰਦਗੀ ਕੀਤੀ ਨਹੀਂ ਜਾ ਸਕਦੀ, ਕਿਉਂਕਿ ਉਦੋਂ ਤੇ ਹਾਲਤ ਇਹ ਬਣ ਜਾਂਦੀ ਹੈ, ਨੈਣੋ ਨੀਰ, ਨੇਤਰਾਂ ਵਿੱਚੋਂ ਨੀਰ ਵਗਣ ਲੱਗ ਪੈਂਦਾ ਹੈ, ਕੰਨਾਂ ਤੋਂ ਬੰਦਾ ਬੋਲਾ ਹੋ ਜਾਂਦਾ ਹੈ, ਸੁਣਦਾ ਹੀ ਨਹੀਂ, ਅੱਖਾਂ ਤੋਂ ਦਿਸਣਾ ਘਟ ਜਾਂਦਾ। ਗੁਟਕਾ ਸਾਹਿਬ ਲੈ ਕੇ ਹੁਣ ਕਿਵੇਂ ਪਾਠ ਕਰੇਗਾ, ਤੇ ਅੱਖਾਂ ਤੋਂ ਤੇ ਰਹਿ ਗਿਆ। ਹੁਣ ਹੱਥ ਜਿਹੜੇ ਨੇ ਉਹ ਡਗਮਗਾਉਣ ਲੱਗ ਪੈਂਦੇ ਨੇ, ਸਿਰ ਥਰਥਰਾਉਣ ਲੱਗ ਪੈਂਦਾ ਹੈ, ਰਸਨਾ ਜਿਹੜੀ ਹੈ ਬੋਲ ਨਹੀਂ ਸਕਦੀ, ਉਹ ਥਥਲਾਉਣ ਲੱਗ ਪੈਂਦੀ ਹੈ, ਦੰਦ ਮੂੰਹ ਚੋਂ ਨਿਕਲ ਜਾਂਦੇ ਨੇ, ਮੂੰਹ ਆਲੇ ਵਰਗਾ ਬਣ ਜਾਂਦਾ ਹੈ। ਹੁਣ ਬੰਦਿਆਂ ਕਿੱਥੋਂ ਤੂੰ ਸਿਮਰਨ ਕਰ ਸਕਦਾ? ਹੁਣ ਤੇ ਸਵੇਰੇ ਉੱਠ ਕੇ ਆਪਣਾ ਇਸ਼ਨਾਨ ਨਹੀਂ, ਆਪਣੇ ਤਨ ਦੀ ਕਿਰਿਆ ਨਹੀਂ ਸੰਭਾਲੀ ਜਾਂਦੀ, ਹੁਣ ਬੰਦਗੀ ਕਿੱਥੋਂ ਕਰੇਗਾ? ਜਿਹੜਾ ਸਮਾਂ ਸੀ ਉਹ ਤੇ ਲੰਘਾ ਲਿਆ, ਹੁਣ ਮੁੜ ਕੇ ਸਮਾਂ ਨਹੀਂ ਆਉਣਾ। ਮੇਰੇ ਪਾਤਸ਼ਾਹ ਜੀ ਇਸ ਕਰਕੇ ਸਮੇਂ ਤੇ ਆਪਾਂ ਖਲੋਤੇ ਹਾਂ। ਮੇਰਾ ਪਾਤਸ਼ਾਹ ਕਹਿੰਦੇ ਨੇ, ਉਹ ਬੇਲਾ ਕੋ
ਹੋਂ ਬਲ ਜਾਈ। ਉਸ ਵੇਲੇ ਤੋਂ ਮੈਂ ਸਦਕੇ ਜਾਵਾਂ ਦਾਤਿਆ, ਜਿਸ ਵੇਲੇ ਮੈਂ ਤੇਰੇ ਦਰ ਤੇ ਆਵਾਂ, ਤੇਰੇ ਦਰ ਤੇ ਆ ਕੇ ਗੁਰੂ ਕੀ ਬਾਣੀ ਤੇ ਬਾਣੇ ਨਾਲ ਮੈਂ ਜੁੜਾਂ, ਗੁਰੂ ਸ਼ਬਦ ਨਾਲ ਜੁੜਾਂ। ਕਿਉਂਕਿ ਮੈਨੂੰ ਹੁਣ ਇਹ ਪਤਾ ਲੱਗ ਗਿਆ ਕਿ ਇਹ ਜੇ ਵੇਲਾ ਲੰਘ ਗਿਆ ਨਾ, ਅੱਜ ਦਾ ਜਿਹੜਾ ਲੰਘ ਗਿਆ, ਇਹ ਮੁੜ ਕੇ ਨਹੀਂ ਆਉਣਾ, ਮੁੜ ਕੇ ਇਸ ਨੇ ਹੱਥ ਨਹੀਂ ਆਉਣਾ। ਤੇ ਮੇਰਾ ਸਤਿਗੁਰੂ ਕਹਿੰਦਾ ਬੰਦਾ ਵਿਚਾਰਦਾ ਰਹਿੰਦਾ ਹੈ, ਆਵੇਗਾ ਸਮਾਂ ਬੰਦਗੀ ਕਰ ਲਾਂਗੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਆਪਾਂ ਇਤਿਹਾਸ ਵਿਚਾਰਦੇ ਨਹੀਂ, ਮੈਂ ਥੋੜਾ ਜਿਹਾ ਇਸ਼ਾਰਾ ਦੇ ਦਿਆਂ। ਜਦੋਂ ਆਨੰਦਪੁਰ ਨੂੰ ਪਾਤਸ਼ਾਹ ਨੇ ਛੱਡਿਆ ਹੈ, ਸਰਸਾ ਤੇ ਪਰਿਵਾਰ ਦਾ ਵਿਛੋੜਾ ਪੈਂਦਾ, ਇਤਿਹਾਸਕਾਰਾਂ ਨੇ ਇਹ ਕਿਹਾ ਹੈ ਕਿ ਉਧਰ ਟਿੱਡੀ ਦਲ ਪਿੱਛੇ ਲੱਗਾ, ਸਮੇਂ ਦੀਆਂ ਹਕੂਮਤ ਦੀਆਂ ਫੌਜਾਂ ਲੱਗੀਆਂ ਨੇ, ਅੱਗੇ ਸਰਸਾ ਨਦੀ ਦੇ ਵਿੱਚ ਹੜ੍ਹ ਆਇਆ ਹੋਇਆ ਹੈ। ਤੇ ਭਾਈ ਦਇਆ ਸਿੰਘ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ, ਅੰਮ੍ਰਿਤ ਵੇਲਾ ਜੀ ਹੋ ਚੁੱਕਾ ਸੀ, ਕਹਿਣ ਲੱਗੇ ਭਾਈ ਦਇਆ ਸਿੰਘ ਭੁੱਖ ਲੱਗੀ ਹੈ। ਭਾਈ ਦਇਆ ਸਿੰਘ ਕਹਿਣ ਲੱਗੇ ਪਾਤਸ਼ਾਹ ਸਰਸਾ ਨਦੀ ਨੂੰ ਪਾਰ ਕਰ ਲਈਏ, ਫਿਰ ਕੁਛ ਸਿਖਾ ਦੇਵਾਂਗੇ। ਕਿਆ ਕਿਹੜੀ ਭੁੱਖ ਲੱਗੀ ਹੈ ਪਤਾ? ਕਹਿਣ ਲੱਗੇ ਨੇ ਭਾਈ ਦਇਆ ਸਿੰਘ ਅੰਮ੍ਰਿਤ ਵੇਲਾ ਹੋ ਗਿਆ ਈ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲਿਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ। ਕਿਆ ਮੈਨੂੰ ਸੱਚੇ ਨਾਮ ਦੀ ਭੁੱਖ ਲੱਗੀ ਹੈ? ਕਿਆ ਪਾਤਸ਼ਾਹ ਸਰਸਾ ਨਦੀ ਪਾਰ ਕਰ ਲਈਏ, ਫਿਰ ਆਸਾ ਜੀ ਕੀ ਵਾਰ ਦਾ ਕੀਰਤਨ ਸੁਣ ਲਾਂਗੇ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਦਇਆ ਸਿੰਘ ਸਰਸਾ ਨਦੀ ਪਾਰ ਕਰਕੇ ਫਿਰ ਕਹੇਗਾ ਕਿਸੇ ਟਿਕਾਣੇ ਤੇ ਲੱਗ ਕੇ ਕੀਰਤਨ ਕਰ ਲਾਂਗੇ। ਫਿਰ ਦਿਨ ਵੀ ਚੜ ਜਾਏਗਾ, ਦਿਨ ਨਿਕਲ ਵੀ ਜਾਏਗਾ। ਇਹ ਤੇ ਸਮਾਂ ਐਵੇਂ ਹੀ ਚੱਲਦਾ ਰਹਿਣਾ ਹੈ, ਇਹ ਤੇ ਘੜੀਆਂ ਐਵੇਂ ਹੀ ਚੱਲਦੀਆਂ ਰਹਿਣੀਆਂ ਨੇ। ਉਧਰ ਜੰਗ ਵੀ ਹੋ ਰਹੀ ਹੈ, ਉਧਰ ਯੁੱਧ ਹੋ ਰਿਹਾ ਹੈ, ਤੇ ਉਧਰ ਕੀਰਤਨ ਵੀ ਹੋ ਰਿਹਾ ਹੈ। ਉਧਰ ਜੰਗ ਹੋ ਰਿਹਾ ਹੈ, ਪਿੱਛੇ ਫੌਜਾਂ ਚੜੀਆਂ ਹੋਈਆਂ ਨੇ, ਸਮਾਂ ਇਹੋ ਜਿਹਾ ਬਣਿਆ ਹੋਇਆ, ਅੱਗੇ ਹੜ੍ਹ ਦਿਸਦਾ ਪਿਆ ਹੈ, ਅੱਗੇ ਹੜ੍ਹ ਆਇਆ ਹੈ, ਪਿੱਛੇ ਫੌਜਾਂ ਲੱਗੀਆਂ ਹੋਈਆਂ ਨੇ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਇੱਥੇ ਬਹਿ ਜਾਓ, ਚੌਂਕੜੇ ਮਾਰ ਕੇ ਬਹੋ ਤੇ ਕੁਝ ਜੰਗ ਯੁੱਧ ਕਰਦੇ ਰਹੋ, ਪਹਿਰੇ ਤੇ ਲੱਗ ਜਾਓ ਤੇ ਕੁਝ ਬਾਣੀ ਦਾ ਸਿਮਰਨ ਕਰਨ ਲੱਗ ਪਾਓ। ਕਿਉਂਕਿ ਮੇਰੇ ਬਾਪੂ ਨੇ ਕਿਹਾ, ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਈ। ਜੇ ਵੇਲਾ ਵਕਤ ਹੀ ਵਿਚਾਰਦੇ ਆ ਰਿਹਾ ਤੇ ਇਹ ਦੱਸ ਕਿਹੜੇ ਵੇਲੇ ਤੂੰ ਰੱਬ ਦੀ ਬੰਦਗੀ ਕਰੇਗਾ। ਜੇ ਤੂੰ ਇਹੀ ਸਮਾਂ ਵਿਚਾਰਦਾ ਰਿਹਾ ਵੀ ਹੁਣ ਮੈਂ ਕਮਾ ਲਾਂ, ਖੱਟ ਲਾਂ, ਮੈਂ ਪੜੋਲੇ ਭਰ ਲਾਂ, ਬੈਂਕ ਬੈਲੈਂਸ ਬਣਾ ਲਾਵਾਂ, ਤੇ ਜਦੋਂ ਬਜ਼ੁਰਗ ਹੋਵਾਂਗਾ ਮੈਂ ਉਸ ਵੇਲੇ ਸਿਮਰਨ ਕਰ ਲਾਂਗਾ। ਮੇਰੇ ਬਾਪੂ ਨੇ ਕਿਹਾ ਬਜ਼ੁਰਗ ਹੋਣਾ ਹੈ ਕਿ ਨਹੀਂ ਹੋਣਾ, ਇਹ ਤੇ ਕੋਈ ਪਤਾ ਨਹੀਂ ਨਾ ਸਾਰਿਆਂ ਨੂੰ ਸਾਨੂੰ। ਕਿਉਂਕਿ ਮੇਰਾ ਸਤਿਗੁਰੂ ਜੀ ਕਹਿੰਦੇ, ਹਮ ਆਦਮੀ ਹਾਂ ਆਦਮੀ। ਜੇ ਦਮ ਆ ਰਿਹਾ ਹੈ ਤੇ ਆਦਮੀ ਆ, ਜਦ ਜੇ ਦਮ ਨਹੀਂ ਆ ਰਿਹਾ ਤੇ ਫਿਰ ਕੀ ਹੈ? ਕੁਛ ਵੀ ਨਹੀਂ, ਮਿੱਟੀ ਦੀ ਢੇਰੀ ਹੋ ਗਿਆ। ਹਮ ਆਦਮੀ ਹਾਂ ਇੱਕ ਦਮੀ, ਇੱਕ ਦਮ ਦਾ ਆਦਮੀ ਹੈ। ਦਮ ਆ ਗਿਆ ਠੀਕ ਹੈ, ਜੇ ਦਮ ਆਇਆ ਤੇ ਮੁੜ ਕੇ ਨਹੀਂ ਆਇਆ ਨਾ ਵਾਪਸ, ਤੇ ਫਿਰ ਮਿੱਟੀ ਦੀ ਢੇਰੀ ਬਣ ਗਿਆ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਇਹਨਾਂ ਦਮਾਂ ਦੀ ਕੋਈ ਮੋਹਲਤ ਦਾ ਪਤਾ ਨਹੀਂ ਹੈ ਵੀ ਕਿੰਨੇ ਦਮ ਦਾਤੇ ਨੇ ਦਿੱਤੇ ਸੀ, ਤੇ ਕੀ ਪਤਾ ਕਿਹੜਾ ਜਿਹੜਾ ਸਮਾਂ ਹੋਵੇ। ਇਹ ਜਿਹੜਾ ਹੁਣ ਦਮ ਲੈ ਰਹੇ ਆ, ਆਉਣ ਵਾਲਾ ਦਮ ਆਉਣਾ ਹੈ ਕਿ ਨਹੀਂ, ਖਰੇ ਇਹੋ ਮੇਰਾ ਲਾਸ਼ ਦਾ ਹੀ ਹੋਵੇ, ਇਹ ਮੇਰਾ ਲਾਸ਼ ਦਾ ਹੋਵੇ, ਕੋਈ ਕਿਸੇ ਨੂੰ ਵੀ ਨਹੀਂ ਪਤਾ ਹੈ। ਤੇ ਇਸ ਕਰਕੇ ਮੇਰੇ ਸਾਹਿਬ ਜੀ ਕਹਿੰਦੇ ਨੇ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਮੇਰੇ ਸਾਹਿਬ ਜੀ ਕਹਿੰਦੇ ਨੇ, ਹਰੇਕ ਦਮ ਦੇ ਨਾਲ ਉਸ ਮਾਲਕ ਨੂੰ ਚਿੱਤ ਵਿੱਚ ਚੇਤੇ ਰੱਖਿਆ ਕਰ। ਤੇ ਕਈ ਸਵਾਲ ਇਹ ਕਰ ਦਿੰਦੇ ਨੇ ਵੀ ਹਰ ਦਮ ਦੇ ਨਾਲ ਰੱਬ ਨੂੰ ਚਿੱਤ ਵਿੱਚ ਚੇਤੇ ਰੱਖੀਏ ਤੇ ਕੰਮ ਕਿਹੜੇ ਟਾਈਮ ਕਰੀਏ? ਵੀ ਕਾਰ ਵਿਹਾਰ ਕਦੋਂ ਕਰਾਂਗੇ? ਸੰਸਾਰ ਦੇ ਕੰਮ ਉਹ ਲੈਣ ਦੇਣ, ਸੰਸਾਰ ਦੇ ਵਿੱਚ ਰੋਜੀ ਦਾ ਇੰਤਜ਼ਾਮ ਕਿਵੇਂ ਕੀਤਾ ਜਾ ਸਕਦਾ ਹੈ? ਰੱਬ ਨੂੰ ਚਿੱਤ ਵਿੱਚ ਚੇਤੇ ਰੱਖਣਾ, ਪਤਾ ਉਦਾਹਰਣ ਦੇ ਦਿਆਂ, ਬੜਾ ਸੌਖਾ ਜਿਹਾ ਹੈ। ਮਾਂ ਕੰਮ ਛੱਡਦੀ ਹੈ ਕਦੇ ਵੀ? ਘਰ ਵਿਹਾਰ ਦੇ, ਪਰਿਵਾਰ ਦੇ ਧੰਦੇ ਕਰਦਿਆਂ ਮਾਂ ਕਦੀ ਵਿਹਲਾ ਬਹਿ ਕੇ ਆਪਣੇ ਪੁੱਤਰ ਨੂੰ ਯਾਦ ਕਰਦੀ ਹੈ? ਨਹੀਂ, ਉਹਨੂੰ ਵਿਹਲਾ ਬਹਿਣ ਦੀ ਲੋੜ ਨਹੀਂ ਹੈ। ਉਹਨੂੰ ਨਾ ਢੋਲਕੀਆਂ ਲੈਣ ਦੀ ਲੋੜ ਹੈ, ਨਾ ਛਾਣੇ ਲੈਣ ਦੀ ਲੋੜ ਹੈ, ਨਾ ਸਾਜ਼ ਲੈਣ ਦੀ ਲੋੜ ਹੈ ਕਿ ਮੈਂ ਆਪਣੇ ਪੁੱਤਰ ਨੂੰ ਯਾਦ ਕਰਨ ਲੱਗੀ ਹਾਂ। ਨਾ, ਉਹ ਅੰਤਰ ਬਾਹਰ ਕਾਜ ਬਰੂਦੀ ਚੀਤ ਸੋ ਬਾਰਕ ਰਾਖੀਏ ਲੈ। ਉਹ ਅੰਦਰ ਬਾਹਰ ਆਪਣੇ ਘਰ ਦੇ ਕੰਮਕਾਰ ਵਿਹਾਰ ਦੇ ਵਿੱਚ ਲੱਗੀ ਰਹਿੰਦੀ ਹੈ, ਵਿਹਲੀ ਨਹੀਂ ਬਹਿੰਦੀ, ਕੰਮ ਕਰਦੀ ਹੈ, ਪਰ ਚਿੱਤ ਜਿਹੜਾ ਹੈ ਨਾ ਮਾਂ ਦਾ ਆਪਣੇ ਪੁੱਤਰ ਦੇ ਵਿੱਚ ਹੈ। ਮੇਰਾ ਸਤਿਗੁਰੂ ਜੀ ਕਹਿੰਦਾ, ਸਿੱਖਾ ਜੇ ਤੂੰ ਗੁਰੂ ਨੂੰ ਯਾਦ ਕਰਨਾ, ਐਵੇਂ ਬਹਾਨੇ ਬੁਨੇ ਨਾਲ ਲਾਇਆ ਕਰ ਵੀ ਹੁਣ ਕੰਮ ਕਰਨ ਦਾ ਸਮਾਂ, ਮੈਂ ਕਿਹੜਾ ਸਮਾਂ ਯਾਦ ਕਰਾਂ।
ਤੂੰ ਯਾਦ ਕਰਨਾ ਹੈ। ਤੇ ਘਰ ਪਰਿਵਾਰ ਦੇ ਵਿੱਚ ਵਿਚਰਦਿਆਂ, ਸੰਸਾਰ ਵਿੱਚ ਵਿਚਰਦਿਆਂ, ਕੰਮ ਕਾਰ ਕਰਦਿਆਂ, ਕਾਰ ਚਲਾਉਂਦਿਆਂ, ਵਿਹਾਰ ਕਰਦਿਆਂ ਤੂੰ ਉਸ ਮਾਲਕ ਨੂੰ ਚਿੱਤ ਵਿੱਚ ਚੇਤੇ ਰੱਖ ਸਕਦਾ, ਜਿਵੇਂ ਮਾਂ ਆਪਣੇ ਪੁੱਤ ਨੂੰ ਚੇਤੇ ਰੱਖਦੀ ਹੈ। ਮੇਰੇ ਸਾਹਿਬ ਜੀ ਸਾਨੂੰ ਅੱਜ ਦੇ ਹੁਕਮ ਵਿੱਚ ਸਮਝਾ ਰਹੇ ਨੇ, ਉਹ ਵੇਲਾ ਕੋ ਹਉ ਬਲ ਜਾਉ। ਕਿਹੜੇ ਚਮਤ? ਜਿਤ ਮੇਰਾ ਮਨ ਜਪੈ ਹਰ ਨਾਉ। ਜਿਸ ਸਮੇਂ ਹੈ ਭਾਈ ਮੇਰਾ ਮਨ ਪਰਮਾਤਮਾ ਦਾ ਨਾਮ ਲੱਗੇ ਜਪਣ ਲੱਗ ਪਵੇ ਨਾ, ਉਸ ਵੇਲੇ ਤੋਂ ਮੈਂ ਸਦਕੇ ਜਾਵਾਂ। ਭਲੇ ਦਿਨਸ ਭਲੇ ਸੰਜੋਗ। ਦਿਨਸ ਤੋਂ ਭਾਵ ਹੈ ਦਿਨ। ਆਪਾਂ ਰੋਜ਼ ਪੜ੍ਹਦੇ ਨੇ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਸਾਰਾ ਸੰਸਾਰ ਇਹ ਦਿਨ ਅਤੇ ਰਾਤ ਦੇ ਵਿੱਚ ਖੇਡ ਰਿਹਾ ਹੈ। ਇਹ ਦਾਈ ਤੇ ਦਾਏ ਦਾ ਕੰਮ ਕਰ ਰਹੇ ਨੇ। ਸਾਹਿਬ ਜੀ ਕਹਿੰਦੇ ਨੇ ਭਲੇ ਦਿਨਸ ਭਲੇ ਸੰਜੋਗ। ਉਹ ਸੰਜੋਗ ਦਾ ਅਰਥ ਕਰ ਲਾਂਗੇ ਸਮਾਂ, ਉਹ ਅਵਸਰ, ਉਹ ਭਲਾ ਹੈ ਜਿਸ ਦਿਨ ਜਿਸ ਸਮੇਂ ਮੈਂ ਦਾਤਿਆ ਤੇਰਾ ਨਾਮ ਸਿਮਰਿਆ। ਜਿਤ ਭੇਟੇ ਪਾਰ ਬ੍ਰਹਮ ਨਿਰਯੋਗ। ਨਿਰਯੋਗ ਦੇ ਅਰਥ ਹੈ ਨਿਰਲੇਪ। ਨਿਯੋਗ ਕਹਿ ਲਈਏ, ਯੋਗ ਨੂੰ ਵੱਖਰਾ ਕਰ ਦਿਓ, ਨਿਰ ਨੂੰ ਵੱਖਰਾ ਕਰ ਦਿਓ। ਯੋਗ ਤੋਂ ਭਾਵ ਹੈ ਮਿਲਾਪ, ਜਿਹੜਾ ਕਿਸੇ ਨਾਲ ਮਿਲਦਾ ਨਹੀਂ ਹੈ। ਕੌਣ ਨਹੀਂ ਮਿਲਦਾ? ਰੱਬ ਨਹੀਂ ਕਿਸੇ ਨਾਲ ਮਿਲਦਾ, ਪਰਮਾਤਮਾ ਕਿਸੇ ਨਾਲ ਨਹੀਂ ਮਿਲਦਾ। ਸਾਨੂੰ ਰੱਬ ਨਾਲ ਮਿਲਣਾ ਪੈਣਾ ਹੈ। ਅਸੀਂ ਰੱਬ ਨੂੰ ਕਹਿੰਦੇ ਹਾਂ ਤੂੰ ਸਾਨੂੰ ਮਿਲ। ਸਮੁੰਦਰ ਦਾ ਪਾਣੀ, ਕਦੀ ਨਦੀ ਦਰਿਆ ਦਾ ਪਾਣੀ, ਸਮੁੰਦਰ ਦਾ ਪਾਣੀ ਕਦੀ ਨਾਲੇ ਗੰਦੇ ਨਾਲੇ ਦੇ ਨਦੀ ਦੇ ਨੇੜੇ ਆਇਆ ਵੀ ਮੈਂ ਤੈਨੂੰ ਮਿਲਣਾ। ਸਮੁੰਦਰ ਦਾ ਪਾਣੀ ਕਦੀ ਦਰਿਆ ਦੇ ਕੋਲ ਗਿਆ ਵੀ ਮੈਂ ਤੈਨੂੰ ਮਿਲਣ ਲਈ ਆਇਆ? ਨਹੀਂ। ਦਰਿਆ ਦਾ ਪਾਣੀ ਹੋਵੇ, ਨਦੀ ਦਾ ਪਾਣੀ ਹੋਵੇ, ਗੰਦੇ ਨਾਲੇ ਦਾ ਪਾਣੀ ਹੋਵੇ, ਉਹ ਜਦੋਂ ਦਰਿਆ ਦੇ ਵਿੱਚ ਪੈਂਦਾ ਹੈ ਤੇ ਦਰਿਆ ਉਹਨੂੰ ਆਪਣੇ ਵਰਗਾ, ਸਮੁੰਦਰ ਉਹਨੂੰ ਆਪਣੇ ਵਰਗਾ ਬਣਾ ਲੈਂਦਾ ਹੈ। ਪਰ ਸਮੁੰਦਰ ਦਾ ਪਾਣੀ ਗੰਦੇ ਨਾਲੇ ਦੇ ਕੋਲ ਆ ਕੇ ਗੰਦੇ ਨਾਲੇ ਵਰਗਾ ਨਹੀਂ ਜੇ ਬਣਦਾ। ਉਦਾਹਰਣ ਹੈ ਸਿਰਫ। ਬੰਦਿਆ ਗੁਰੂ ਤੇਰੇ ਕੋਲ ਆ ਕੇ, ਪਰਵਦਗਾਰ ਤੇਰੇ ਕੋਲ ਆ ਕੇ ਤੇਰੇ ਵਰਗਾ ਨਹੀਂ ਬਣਨਾ ਚਾਹੁੰਦਾ। ਤੂੰ ਗੁਰੂ ਦੇ ਕੋਲ ਚੱਲ, ਉਹ ਤੈਨੂੰ ਆਪਣੇ ਵਰਗਾ ਬਣਾ ਲਏਗਾ। ਤੇ ਜੋ ਤੇ ਤੂੰ ਗੁਰੂ ਕੋਲ ਜਾਏਗਾ ਨਾ, ਉਹ ਤੈਨੂੰ ਆਪਣੇ ਵਰਗਾ ਬਣਾ ਲਏਗਾ, ਤੈਨੂੰ ਆਪਣੇ ਵਿੱਚ ਸਮਾਵੇਸ਼ ਕਰ ਲਵੇਗਾ। ਪਰ ਗੁਰੂ ਪਿਆਰਿਓ, ਉਹ ਨਿਰਲੇਪ ਹੈ। ਉਹ ਜੈਸੇ ਜਲ ਮੈਂ ਕਵਲ ਅਲੇਪ। ਜਿਵੇਂ ਨਿਰਕਮਲ ਫਿਲ ਰਹਿੰਦਾ ਹੈ, ਰਹਿੰਦਾ ਵਿੱਚ ਹੈ, ਪਰ ਉਹ ਨਿਰਲੇਪ ਹੈ। ਉਸ ਨੂੰ ਤੂੰ ਮਿਲਣਾ ਹੈ। ਤੇ ਜਦੋਂ ਤੂੰ ਮਿਲਣਾ ਹੈ ਨਾ, ਫਿਰ ਤੈਨੂੰ ਇਹ ਗੱਲ ਕਹਿਣੀ ਪੈਣੀ, ਸਫਲ ਮੂਰਤ ਸਫਲ ਉਹ ਘਰੇ। ਮਹੂਰਤ 24 ਮਿੰਟ ਦੀ ਇੱਕ ਘੜੀ ਹੁੰਦੀ ਹੈ, ਤੇ 2 ਘੜੀਆਂ ਦਾ ਜਿਹੜਾ ਸਮਾਂ ਇਹਨਾਂ ਉਹਨੂੰ ਮਹੂਰਤ ਕਹਿੰਦੇ ਨੇ। ਕਈ ਸਾਡੇ ਸਿੱਖ ਵੀ ਤੁਰੇ ਫਿਰਦੇ ਨੇ ਬ੍ਰਾਹਮਣਾਂ ਦੇ ਕੋਲ, ਬਾਬਾ ਬ੍ਰਾਹਮਣ ਜੀ ਆ ਵੇਖਿਆ ਜੇ ਪੱਤਰੀ ਕੱਢੋ, ਮਹੂਰਤ ਮਾਰਤ ਕੱਢੋ। ਤੇ ਬਾਣੀ ਗੁਰਦੁਆਰੇ ਇਹ ਪੜ੍ਹ ਕੇ ਜਾਂਦੇ ਨੇ, ਮਹਾਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਮੇਰਾ ਬਾਪੂ ਤੇ ਕਹਿੰਦਾ ਜਿਸ ਉੱਤੇ ਨਦਰ ਹੈਗੀ ਹੈ, ਜਿਸ ਉੱਤੇ ਮਹਿਰਾਮਤ ਹੋ ਗਈ ਹੈ, ਨਜ਼ਰ ਹੈਗੀ ਹੈ, ਉਹ ਦਿਨ ਹੋਵੇ, ਰਾਤ ਹੋਵੇ, ਪਲ ਹੋਵੇ, ਛਿਨ ਹੋਵੇ, ਉਹ ਘੜੀਆਂ ਸਾਰੀਆਂ ਹੀ ਉਸ ਵਾਸਤੇ ਸਗਾਰਤ ਨੇ। ਭਾਵੇਂ ਜਿਹੜਾ ਮਰਜ਼ੀ ਸ਼ਨੀਚਰਵਾਰ ਭਾਵੇਂ ਦਿਨ ਹੋਵੇ ਤੇ ਭਾਵੇਂ ਮੰਗਲਵਾਰ ਹੋਵੇ। ਮੇਰੇ ਸਾਹਿਬ ਜੀ ਕਹਿੰਦੇ ਨੇ ਸਫਲ ਮੂਰਤ ਸਫਲ ਉਹ ਘਰੇ। ਜਿਤ ਰਸਨਾ ਉਚਰੈ ਹਰ ਹਰੀ। ਰਸਨਾ ਦੇ ਨਾਲ, ਜੀਵ ਦੇ ਨਾਲ ਜਿੱਦਣ ਤੋਂ ਉਸ ਪਰਮਾਤਮਾ ਨੂੰ, ਉਸ ਹਰੀ ਨੂੰ ਜਪਣਾ ਸ਼ੁਰੂ ਕਰ ਦਿੱਤਾ, ਸਫਲ ਉਹ ਮਾਥਾ। ਉਹ ਮੱਥਾ ਵੀ ਸਫਲ ਹੋ ਜਾਏਗਾ ਜਿਹੜਾ ਗੁਰੂ ਚਰਨਾਂ ਦੇ ਵਿੱਚ ਆ ਕੇ ਨਿਉਂਦਾ ਹੈ। ਇੱਥੇ ਤੇ ਮੱਥਾ ਲੱਗਣ ਹੀ ਨਹੀਂ ਨਾ ਦਿੰਦੇ ਆਪਾਂ। ਸਫਲ ਉਹ ਮਾਥਾ ਸੰਤ ਨਮਸਕਾਰਸ। ਜਿਹੜਾ ਸੰਤਾਂ ਦੇ, ਗੁਰੂ ਦੇ ਚਰਨਾਂ ਵਿੱਚ ਨਿਮਦਾ ਹੈ। ਚਰਨ ਪਨੀਤ। ਚਰਨ ਮੀਨਸ ਪੈਰ। ਉਹ ਪੈਰ ਵੀ ਪਵਿੱਤਰ ਜੇ। ਚੱਲੇ ਹਰ ਮਾਰਗ। ਜਿਹੜੇ ਦੱਸੇ ਹੋਏ ਰੱਬ ਦੇ ਮਾਰਗ ਤੇ ਤੁਰਦੇ ਨੇ। ਕਹੋ ਨਾਨਕ ਭਲਾ ਮੇਰਾ ਕਰਮ। ਕਰਮ ਤੋਂ ਭਾਵ ਹੈ ਕਿਸਮਤ, ਭਾਗ। ਨਾਨਕ ਆਖਦਾ ਹੈ, ਹੇ ਭਾਈ ਮੇਰੇ ਭਾਗ ਚੰਗੇ ਨੇ, ਮੇਰੀ ਕਿਸਮਤ ਚੰਗੀ ਜਾਗ ਪਈ ਹੈ। ਕਿਵੇਂ ਜੀ? ਜਿਤ ਭੇਟੇ ਸਾਧੂ ਕੇ ਚਰਨ। ਭੇਟੇ ਤੋਂ ਭਾਵ ਹੈ ਮਿਲਾਪ, ਸਪਰਸ਼। ਜਿਸ ਦਿਨ ਮੈਨੂੰ ਗੁਰੂ ਦੇ ਚਰਨ ਸਪਰਸ਼ ਹੋ ਗਏ ਮੇਰੇ ਮੱਥੇ ਦੇ ਨਾਲ, ਉਸ ਦਿਨ ਮੇਰੇ ਸੁੱਤੇ ਹੋਏ ਭਾਗ ਜਾਗ ਪਏ, ਮੇਰੀ ਕਿਸਮਤ ਜਾਗ ਪਈ। ਪਰ ਕਿਸਮਤ ਭਾਗ ਤਾਂ ਜਾਗਣਗੇ
ਜੇ ਅਸੀਂ ਸਾਰਾ ਦਿਨ ਅੱਜ ਦਾ ਦਿਨ ਇਹੋ ਹੀ ਕਹਿੰਦੇ ਰਹੀਏ, ਉਹ ਵੇਲਾ ਤੋ ਹੋਂ ਬਲ ਜਾਈ ਜਾਓ। ਸਤਿਗੁਰੂ ਜੀ, ਉਸ ਵੇਲੇ ਤੋਂ ਮੈਂ ਸਦਕੇ ਜਾਵਾਂ ਜਿਸ ਵੇਲੇ ਮੈਂ ਤੇਰੇ ਦਰ ਤੇ ਆ ਕੇ ਇਲਾਹੀ ਬਾਣੀ ਨੂੰ ਪੜ੍ਹਿਆ, ਸੁਣਿਆ ਅਤੇ ਵਿਚਾਰਿਆ। ਉਹ ਵੇਲਾ ਭਾਈ ਸਫਲ ਹੋ ਜਾਏਗਾ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਬਾਰਾ ਆਇਆ। ਸਾਰੇ ਅਰਦਾਸ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਆਪ ਸਰਵਣ ਕਰ ਰਹੇ ਸੀ ਲੜੀਵਾਰ ਗੁਰਬਾਣੀ ਦੀ ਵਿਆਖਿਆ ਗੁਰੂ ਪਿਆਰੇ